ਕਿਹਾ ਗਿਆ ਕਿ ਸਿੱਖੀ ਉੱਤੇ ਜੱਟਾਂ ਨੇ ਕਬਜ਼ਾ ਕੀਤਾ ਤੇ ਉਸ ਕਬਜ਼ੇ ਤੋਂ ਬਾਅਦ ਹੀ ਪਿੰਡਾਂ ਦੇ ਵਿੱਚ ਤਿੰਨ ਤਿੰਨ ਗੁਰਦੁਆਰੇ ਬਣਨ ਲੱਗੇ। ਵੱਖ-ਵੱਖ ਜਾਤਾਂ ਦਾ ਪਾਤਾਂ ਦਾ ਗੁਰਦੁਆਰਾ ਬਣਾਇਆ ਗਿਆ ਤੇ ਉਸ ਦੇ ਖਿਲਾਫ ਆਵਾਜ਼ ਚੁੱਕਣ ਵਾਲਾ ਵੀ ਕੋਈ ਨਹੀਂ, ਨਾ ਐਸਜੀਪੀਸੀ, ਨਾ ਕੋਈ ਸਿੱਖ ਆਗੂ, ਨਾ ਕੋਈ ਕੌਮ ਦਾ ਬਸ਼ਿੰਦਾ। ਤਾਂ ਇਹਨਾਂ ਸਾਰੇ ਸਵਾਲਾਂ ਦੇ ਵਿੱਚ ਜਦੋਂ ਕੌਮ ਉਲਝੀ ਹੋਈ ਹੈ ਤਾਂ ਉਦੋਂ ਕੁਝ ਲੋਕ ਅਜਿਹੇ ਵੀ ਨੇ ਜੋ ਹੋਰਾਂ ਧਰਮਾਂ ਤੋਂ ਸਿੱਖੀ ਦੇ ਵਿੱਚ ਆ ਰਹੇ ਨੇ। ਅੱਜ ਇੱਕ ਅਜਿਹੇ ਹੀ ਸ਼ਖਸ ਦੇ ਨਾਲ ਆ, ਨੌਜਵਾਨ ਦੇ ਨਾਲ ਆ, ਜੋ ਕਿ ਬਾਕੀ ਧਰਮਾਂ ਤੋਂ ਪਾਸੇ ਉਸਨੇ ਸਿੱਖੀ ਚੁਣੀ। ਜਿਹੜਾ ਬਾਬਾ ਨਾਨਕ ਕਹਿੰਦਾ ਸੀ ਫੋਟੋਆਂ ਨਹੀਂ ਹੋਣੀਆਂ ਚਾਹੀਦੀਆਂ, ਜਿਹੜੇ ਬਾਬੇ ਨੇ ਉਸ ਵੇਲੇ ਜਦੋਂ ਬੋਲਣਾ ਹੀ ਗੁਨਾਹ ਹੁੰਦਾ ਸੀ ਉਦੋਂ ਸਾਰੇ ਕਰਮ ਕਾਂਡਾਂ ਦੀ ਨਿਖੇਧੀ ਕੀਤੀ, ਉਹ ਬਾਬਾ ਨਾਨਕ ਦੀ ਹੀ ਲੋਕਾਂ ਨੇ ਘਰੇ ਫੋਟੋ ਲਾ ਲਈ। ਜਦੋਂ ਦੇਖੀਦਾ ਸੁਣੀਦਾ ਉਹਦੇ ਵਿੱਚ ਗੁਰੂ ਨਾਨਕ ਦੇਵ ਦੀ ਛਵੀ ਹੈ ਨਾ, ਕਿਸਾਨ ਵਾਲੀ ਹੈ। ਇੱਕ ਗਰੀਬ ਕਿਸਾਨ ਜਿਹੜਾ ਖੇਤੀ ਕਰਦਾ ਹੈ, ਦਸਵੰਧ ਕੱਢਦਾ ਹੈ ਤੇ ਬਾਕੀ ਟਾਈਮ ਜੋ ਟਰੈਕਿੰਗ ਕਰਦਾ ਹੈ, ਯਾਤਰਾ ਕਰਦਾ, ਉਹ ਬੰਦਾ ਕਿਵੇਂ ਸਾਫ਼ ਚਿੱਟੇ ਕੱਪੜੇ ਪਾ ਕੇ ਰਹਿ ਸਕਦਾ? ਉਹਦੇ ਚਿਹਰੇ ਤੇ ਨੂਰ ਨਹੀਂ ਹੋ ਸਕਦਾ, ਲਾਲੀ ਐ ਨਹੀਂ, ਚਿੱਟੀ ਦਾੜੀ ਸਿੱਧੀ ਹੋਈ। ਮੈਂ ਨਹੀਂ ਮੰਨਦਾ ਗੁਰੂ ਨਾਨਕ ਦੇਵ ਵੈਸੇ ਦਿਖਦੇ ਹੋਣਗੇ। ਉਹ ਫੋਟੋ ਦੇ ਵਿੱਚ ਹੈ ਕੌਣ ਜਿਹਨੂੰ ਅਸੀਂ ਬਾਬਾ ਨਾਨਕ ਕਹਿੰਦੇ ਆ, ਉਹ ਕਿਸ ਦੀ ਤਸਵੀਰ ਹੈ? ਗੁਰੂ ਗੋਬਿੰਦ ਸਿੰਘ ਦੀ ਫੋਟੋ ਹੋਗੀ, ਚਾਹੇ ਗੁਰੂ ਨਾਨਕ ਦੇਵ ਦੀ ਫੋਟੋ ਹੋਗੀ, ਹੋਰ ਵਿੱਚ ਕਈਆਂ ਦੀ ਵੀ ਹੋਗੀ। ਉਹ ਥੋੜਾ ਬਹੁਤ ਫਰਕ ਸੀਗਾ, ਬਟ 90% ਕਹਿ ਲਓ ਕਿ ਮੈਨੂੰ ਲੱਗਿਆ ਕਿ ਉਹਨਾਂ ਨੇ ਆਪਣੇ ਦਾਦਾ ਜੀ ਦੀ ਫੋਟੋ ਨੂੰ ਗੁਰੂ ਗੋਬਿੰਦ ਸਿੰਘ ਦੀ ਫੋਟੋ ਦੱਸਤਾ। ਯਾਨੀ ਕਿ ਸੋਭਾ ਸਿੰਘ ਦੇ ਦਾਦਾ ਜੀ ਨੂੰ ਮੱਥੇ ਟੇਕ ਰਹੇ ਹੋ ਤੁਸੀਂ ਰੋਜ਼। ਪਿੰਡਾਂ ਦੇ ਵਿੱਚ ਤਿੰਨ ਤਿੰਨ ਗੁਰਦੁਆਰੇ ਬਣ ਗਏ, ਚਲੋ ਕਿਸ ਨੇ ਬਣਾਏ, ਜੱਟਾਂ ਦੀ ਗੱਲ ਹੁੰਦੀ ਹੈ ਵੀ ਉਹਨਾਂ ਨੇ ਬਣਾਤੇ, ਜਾਤ ਪਾਤ ਉਹ ਕਰਦੇ ਨੇ, ਜਿਵੇਂ ਹਿੰਦੂ ਧਰਮ ਚ ਹੁੰਦੀ ਆ ਉਵੇਂ ਸਿੱਖਾਂ ਚ ਵੀ ਕਰਨ ਲੱਗ ਗਏ। ਜੇ ਗੋਲਕ ਚੱਕ ਲਵੋ ਤੁਸੀਂ, ਮੇਰਾ ਤੁਸੀਂ ਸ਼ਰਤ ਇਹ ਲਾ ਲਓ ਕਿ ਉਸ ਜਗ੍ਹਾ ਤੇ ਕਿਹੜਾ ਪੁਜਾਰੀ ਜਿਹੜਾ ਬੈਠੂਗਾ, ਜਿਹੜੇ ਅੰਮ੍ਰਿਤ ਛਕਾਉਂਦੇ ਵੀ ਨੇ, ਉਹ ਬੜੇ ਤਰ੍ਹਾਂ ਦੇ ਸੰਸਥਾਵਾਂ ਨੇ ਸਿੱਖੀ ਦੇ ਵਿੱਚ ਵੀ, ਹੈ ਨਾ, ਕਈ ਤਰ੍ਹਾਂ। ਟੱਰੀਆਂ ਵਾਲਾ ਵੀ ਛਕਾਉਂਦੇ ਨੇ, ਬਿਲਕੁਲ ਜੀ। ਅੰਮ੍ਰਿਤ ਐਸਜੀਪੀਸੀ ਵੀ ਛਕਾਉਂਦੀ ਹੈ, ਅੰਮ੍ਰਿਤਪਾਲ ਵੀ ਛਕਾਉਂਦਾ, ਬਿਲਕੁਲ ਜੀ। ਤੇ ਇਹਨਾਂ ਦੇ ਅੰਮ੍ਰਿਤ ਤੇ ਫਰਕ ਲੱਗਦਾ ਕਿਸੇ ਚ? ਹਿੰਸਾ ਦਾ ਰਾਹ ਚੁਣ ਲੈਂਦੇ ਤੁਸੀਂ, ਸਟੇਟ ਦੇ ਹੱਥ ਵਿੱਚ ਖੇਡ ਜਾਂਦੇ ਜੀ, ਤੇ ਉਹਦਾ ਇਹ ਚਾਹੁੰਦੇ ਨੇ ਕਿ ਤੁਸੀਂ ਹਿੰਸਾ ਵਾਲਾ ਰਾਹ ਚੁਣੋ। ਗੁਰੂ ਨਾਨਕ ਦੇਵ ਜੇ ਅੱਜ ਹੋਣ ਨਾ, ਤੇ ਮੈਨੂੰ ਲੱਗਦਾ ਕਿ ਨਵਾਂ ਧਰਮ ਚਲਾ ਦੇਣ, ਸਿੱਖੀ ਨੂੰ ਵੀ ਦੇਖ ਇਹਦੇ ਉਲਟ ਚਲਾਉਣ ਜੋ ਚੱਲ ਰਿਹਾ। ਹਾਂ, ਜੋ ਚੱਲ ਰਿਹਾ। ਅਸੀਂ ਮੰਦਿਰ ਬਣਾ ਲਏ, ਮਸੀਤਾਂ ਬਣਾ ਲਈਆਂ, ਵੱਡੇ ਵੱਡੇ ਗੁਰਦੁਆਰਾ ਸਾਹਿਬ ਬਣਾ ਲਏ, ਹੁਣ ਉੱਥੇ ਗੁਰਦੁਆਰਾ ਰੱਖਤੀਆਂ ਨੇ, ਹੁਣ ਲੋਕੀ ਆਉਂਦੇ ਨੇ। ਹੁਣ ਇਹ ਇੱਕ ਤਰ੍ਹਾਂ ਦੀਆਂ ਦੁਕਾਨਾਂ ਨੇ। ਉੱਥੇ ਅਸੀਂ ਗੁਰਦੁਆਰਾ ਚਲੋ ਮੰਨ ਲੈਂਦੇ ਹਾਂ ਕਿ ਘਟਨਾ ਹੋਈ ਹੈ, ਪਰ ਉਹ ਹੱਥ ਨਾ ਰੋਕੀ ਹੈ ਤੇ ਉਹ ਐਂ ਕੀਤਾ। ਮੈਨੂੰ ਇਹਦੇ ਚ ਨਾ, ਮੈਂ ਨਹੀਂ ਮੰਨਦਾ ਕਿ ਗੁਰੂ ਸਾਹਿਬ ਜੇ ਉਹਨਾਂ ਨੇ ਕੀਤਾ ਵੀ ਹੋਵੇ ਤਾਂ ਚਾਹਣਗੇ ਕਿ ਮੇਰੇ ਜਿਹੜੇ ਅਨਿਆਈ ਇਹਨੂੰ ਫਾਲੋ ਕਰਨ, ਇਹ ਚੀਜ਼ ਨੂੰ ਰੱਖਣ, ਕਿਉਂਕਿ ਕਰਾਮਾਤਾਂ ਤੋਂ ਸ਼ੁਰੂ ਤੋਂ ਅਗੇਂਸਟ ਰਹੇ ਨੇ। ਕਿਹਾ ਗਿਆ ਕਿ ਸਿੱਖੀ ਉੱਤੇ ਜੱਟਾਂ ਨੇ ਕਬਜ਼ਾ ਕੀਤਾ ਤੇ ਉਸ ਕਬਜ਼ੇ ਤੋਂ ਬਾਅਦ ਹੀ ਪਿੰਡਾਂ ਦੇ ਵਿੱਚ ਤਿੰਨ ਤਿੰਨ ਗੁਰਦੁਆਰੇ ਬਣਨ ਲੱਗੇ। ਵੱਖ-ਵੱਖ ਜਾਤਾਂ ਦਾ ਪਾਤਾਂ ਦਾ ਗੁਰਦੁਆਰਾ ਬਣਾਇਆ ਗਿਆ ਤੇ ਉਸ ਦੇ ਖਿਲਾਫ ਆਵਾਜ਼ ਚੁੱਕਣ ਵਾਲਾ ਵੀ ਕੋਈ ਨਹੀਂ, ਨਾ ਐਸਜੀਪੀਸੀ, ਨਾ ਕੋਈ ਸਿੱਖ ਆਗੂ, ਨਾ ਕੋਈ ਕੌਮ ਦਾ ਬਸ਼ਿੰਦਾ। ਤਾਂ ਇਹਨਾਂ ਸਾਰੇ ਸਵਾਲਾਂ ਦੇ ਵਿੱਚ ਜਦੋਂ ਕੌਮ ਉਲਝੀ ਹੋਈ ਹੈ ਤਾਂ ਉਦੋਂ ਕੁਝ ਲੋਕ ਅਜਿਹੇ ਵੀ ਨੇ ਜੋ ਹੋਰਾਂ ਧਰਮਾਂ ਤੋਂ ਸਿੱਖੀ ਦੇ ਵਿੱਚ ਆ ਰਹੇ ਨੇ। ਅੱਜ ਇੱਕ ਅਜਿਹੇ ਹੀ ਸ਼ਖਸ ਦੇ ਨਾਲ ਆ, ਨੌਜਵਾਨ ਦੇ ਨਾਲ ਆ, ਜੋ ਕਿ ਬਾਕੀ ਧਰਮਾਂ ਤੋਂ ਪਾਸੇ ਉਸਨੇ ਸਿੱਖੀ ਚੁਣੀ। ਕਿਉਂ ਚੁਣੀ ਤੇ ਪਹਿਲਾਂ ਕਿਹੜੇ ਧਰਮ ਦੇ ਵਿੱਚ ਸੀ, ਤੇ ਅੱਜ ਜੋ ਮੂਰਤੀ ਪੂਜਾ ਸਿੱਖੀ ਦੇ ਵਿੱਚ, ਜੇਕਰ ਤੁਹਾਡੇ ਘਰੇ ਬਾਬੇ ਨਾਨਕ ਦੀ ਫੋਟੋ ਹੈ ਤਾਂ ਬਾਬੇ ਨਾਨਕ ਦੀ ਤੁਸੀਂ ਵੀ ਨਹੀਂ ਮੰਨਦੇ। ਇਹ ਗੱਲ ਵਾਰ-ਵਾਰ ਆਖੀ ਗਈ, ਸਾਰਿਆਂ ਨੂੰ ਕਹੀ ਗਈ, ਪਰ ਕੋਈ ਮੰਨਦਾ ਨਹੀਂ। ਇਹ ਵੀ ਸਾਰੀਆਂ ਗੱਲਾਂ ਕਰਾਂਗੇ। ਸਿੱਖੀ ਉਸ ਸ਼ਖਸ ਵਾਸਤੇ ਕੀ ਹੈ ਜੋ ਕੋਈ ਹੋਰ ਧਰਮ ਛੱਡ ਕੇ ਸਿੱਖੀ ਵਿੱਚ ਆਇਆ ਹੋਵੇ, ਤੇ ਪਰ ਸਿੱਖੀ ਦੇ ਵਿੱਚ ਵੀ ਕਮੀਆਂ ਕੀ ਨੇ, ਇਹ ਸਾਰੀਆਂ ਗੱਲਾਂ ਕਰਾਂਗੇ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ। ਸਭ ਤੋਂ ਪਹਿਲਾਂ ਧੰਨਵਾਦ ਜੀ। ਮੈਂ ਜਿਵੇਂ ਕਿਹਾ ਕਿ ਜੇ ਤੁਹਾਡੇ ਘਰੇ ਬਾਬੇ ਨਾਨਕ ਦੀ ਫੋਟੋ ਹੈ ਤਾਂ ਬਾਬੇ ਨਾਨਕ ਦੀ ਤਾਂ ਤੁਸੀਂ ਵੀ ਨਹੀਂ ਮੰਨ ਰਹੇ, ਤਾਂ ਇਹ ਇਸ ਗੱਲ ਨਾਲ ਤੁਸੀਂ ਕਿੰਨੀ ਕੁ, ਤੁਹਾਡੀ ਕੀ ਸਮਝ ਹੈ ਇਸ ਗੱਲ ਬਾਰੇ? ਮੈਂ ਦੇਖੋ ਜੀ, ਕਰੀਬਨ ਬਹੁਤ ਪਹਿਲਾਂ, ਜੋ 10 ਸਾਲ 12 ਸਾਲ ਪਹਿਲਾਂ, ਮੈਂ ਪੂਰੀ ਤਰ੍ਹਾਂ ਨਾਲ ਕਹਿ ਲਓ ਮੂਰਤੀ ਪੂਜਾ ਜਾਂ ਇਹਨਾਂ ਸਾਰੀ ਚੀਜ਼ਾਂ 'ਚ ਵਿਸ਼ਵਾਸ ਰੱਖਦਾ ਸੀ। ਕਿਉਂਕਿ ਪਹਿਲਾਂ ਹਿੰਦੂ ਧਰਮ 'ਚ ਸੀ। ਮੈਂ ਮੈਂ ਹਿੰਦੂ ਪਰਿਵਾਰ 'ਚ ਪੈਦਾ ਹੋਇਆ ਜੀ, ਤੇ ਸਾਡੇ ਪਰ ਕਹਿ ਲਓ ਕਿ ਜਿਹੜੇ ਮੇਰੀ ਦਾਦੀ ਤੋਂ ਲੈ ਕੇ ਹੁਣ ਤੱਕ ਸਿੱਖੀ ਉਹਦਾ ਪ੍ਰਸਾਰ ਦਾਦੀ ਕਰਕੇ ਹੈ ਜੀ। ਬਾਬਾ ਬੁੱਢਾ ਸਾਹਿਬ ਜਾਣਾ ਸ਼ੁਰੂ ਕੀਤਾ। ਉਹਨਾਂ ਦੇ ਜਿਹੜੇ ਕੋਈ ਜਵਾਕ ਹੁੰਦੇ ਸੀ ਉਹ ਬਚਦੇ ਨਹੀਂ ਸੀ ਹੁੰਦੇ, ਤੇ ਫਿਰ ਉਹਨਾਂ ਨੇ ਕਿਸੇ ਨੂੰ ਦੱਸਿਆ ਕਿ ਬਾਬਾ ਬੁੱਢਾ ਸਾਹਿਬ ਜਾਓ, ਗੁਰਦਾਸਪੁਰ ਜ਼ਿਲ੍ਹੇ 'ਚ ਅਸੀਂ ਬਿਲੋਂਗ ਕਰਦੇ ਹਾਂ। ਤੇ ਉਹ ਜਦੋਂ ਉੱਥੇ ਜਾਣਾ ਸ਼ੁਰੂ ਕੀਤਾ, ਫਿਰ ਉਹਨਾਂ ਦੇ ਬੱਚੇ ਕਹਿੰਦੇ ਨੇ ਬਚਣ ਲੱਗ ਗਏ, ਤੇ ਫਿਰ ਮੇਰੇ ਫਾਦਰ ਸਾਹਿਬ, ਤਾਏ ਹੋਈਆਂ, ਉਹ ਭੂਆ ਵਗੈਰਾ ਉਹ ਪੈਦਾ ਹੋਏ। ਤੇ ਇਸ ਕਰਕੇ ਮੇਰੀ ਦਾਦੀ ਦਾ ਨਾ ਬੜਾ ਜਿਹੜਾ ਕਹਿ ਲਓ ਕਿ ਗਹਿਰਾ ਵਿਸ਼ਵਾਸ ਸੀਗਾ ਸਿੱਖੀ 'ਚ।
ਤੇ ਪਰ ਅਸੀਂ ਹੈਗੇ ਹਿੰਦੂ ਪਰਿਵਾਰ ਤੋਂ, ਅਸੀਂ ਸਾਡੇ ਘਰੇ ਹੁਣ ਵੀ ਕੋਈ ਸੁੱਖ ਦਾ, ਕੋਈ ਦੁੱਖ ਦਾ ਕੋਈ ਜਦੋਂ ਦਿਨ ਹੁੰਦਾ ਹੈ, ਉਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਉਂਦੇ ਹਾਂ ਜੀ। ਤੇ ਉਹ ਹੁਣ ਵੀ ਚੱਲਦਾ, ਬਦਦਸਤੂਰ ਜਾਰੀ ਹੈ। ਪਰ ਸਾਡੀਆਂ ਬਹੁਤੀਆਂ ਜਿਹੜੀਆਂ ਵਿਆਹ ਦੀਆਂ ਕਹ ਲਓ ਰਸਮਾਂ ਰਿਵਾਜਾਂ ਸੀਗੀਆਂ, ਉਹ ਸਾਰੀਆਂ ਹਿੰਦੂ ਧਰਮ ਦੀਆਂ ਸੀ ਜੀ। ਤੇ ਕਰੀਬਨ 10 ਕੁ ਸਾਲ 12 ਸਾਲ ਪਹਿਲਾਂ ਮੈਂ ਇਸ ਚੀਜ਼ ਨੂੰ ਬਿਲਕੁਲ ਕਹ ਲਓ ਕਿ ਮੁਨਕਰ ਹੋ ਗਿਆ। ਤੇ ਫਿਰ ਮੈਂ 10 ਸਾਲ ਤਕਰੀਬਨ ਕਿਸੇ ਧਰਮ ਨੂੰ ਨਹੀਂ ਮੰਨਿਆ। ਕੋਈ ਇੱਕ ਇਵੈਂਟ ਸੀ ਜਾਂ ਕਈ ਗੱਲਾਂ ਨੇ ਜੁੜ ਕੇ ਤੁਹਾਨੂੰ ਇਸ ਰਾਹ ਤੇ ਤੁਰਿਆ, ਧਰਮ ਤੋਂ ਪਾਸੇ ਕਿਉਂ ਹੋਏ? ਮੈਂ ਜੀ ਜਦੋਂ ਪੰਜਾਬ ਛੱਡ ਕੇ ਉੱਤਰਾਖੰਡ ਗਿਆ ਪੜ੍ਹਾਈ ਲਈ 2010 ਦੇ ਵਿੱਚ, ਉੱਥੇ ਜਾ ਕੇ ਮੈਂ ਬਹੁਤ ਤਗੜੇ ਲੈਵਲ ਤੇ ਜਾਤੀਵਾਦ ਦੇਖਿਆ। ਫਿਰ ਉਹ 2 ਸਾਲ ਜਿਹੜਾ 10 ਤੋਂ ਲੈ ਕੇ 12 ਤੱਕ ਉੱਥੇ ਮੈਨੂੰ ਹੇਮਕੁੰਟ ਸਾਹਿਬ ਜਾਣ ਦਾ ਮੌਕਾ ਮਿਲਿਆ। ਜਗ੍ਹਾ ਬਹੁਤ ਪਾਵਰਫੁਲ ਆ, ਨੋ ਡਾਊਟ। ਪਰ ਫਿਰ ਮੈਂ ਉਹਦੇ ਬਾਰੇ ਪੜ੍ਹਿਆ ਕਿ ਗੁਰੂ ਗੋਬਿੰਦ ਸਿੰਘ ਆਪ ਲਿਖ ਕੇ ਗਏ ਨੇ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਸੀ ਕਿ ਵੀ ਮਤਲਬ ਉਹਨਾਂ ਦੇ ਬਾਰੇ ਸੁਣਿਆ ਕਿ ਉਹਨਾਂ ਦਾ ਵੰਸ਼ ਕਿਵੇਂ ਤਬਾਹ ਹੋਇਆ। ਉਹਨਾਂ ਨੇ ਹਜ਼ੂਰ ਸਾਹਿਬ ਨੰਦੇੜ ਸਾਹਿਬ ਜਾ ਕੇ ਛੱਤਰ ਚੜਾਇਆ ਸੀ ਗੁਰਦੁਆਰਾ ਸਾਹਿਬ 'ਚ, ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਵੰਸ਼ 'ਚ ਵੀ ਕੋਈ ਨਹੀਂ ਬਚਿਆ। ਤੇ ਉਹ ਆਪ ਵੀ ਲਿਖ ਕੇ ਗਏ ਨੇ ਕਿ ਜੋ ਕੋਈ ਮੇਰੀ ਭਗਤੀ ਕਰੇ ਉਹ ਪਾਪ ਕਾ ਭਾਗੀ ਹੋਏ ਜੀ। ਤੇ ਉਹ ਬੜਾ ਸ਼ਬਦ ਕਹ ਲਓ ਕਿ ਸਾਫ਼ ਸ਼ਬਦਾਂ ਦੇ ਵਿੱਚ ਲਿਖਿਆ ਹੋਇਆ। ਤੇ ਉਹ ਕਿੱਸਾ ਜਦੋਂ ਮੈਂ ਸੁਣਿਆ ਮੈਨੂੰ, ਤੇ ਕੁਛ ਜਾਤੀਵਾਦ ਦੇਖਿਆ, ਮੰਦਿਰਾਂ ਦੇ ਵਿੱਚ ਅਖੌਤੀ ਜਿਹੜਾ ਬਖਿਆਨ ਹੁੰਦਾ ਮੈਨੂੰ ਉਹ ਦੇਖਿਆ। ਪੈਸੇ ਹੈਗੇ ਆ ਤਾਂ ਤੁਹਾਨੂੰ ਅਗਰਵੀਂ ਜਿਹੜੀ ਲਾਈਨ ਉੱਥੇ ਖੜਾ ਕਰ ਦਿੰਦੇ ਨੇ, ਜਿਹੜੇ ਕੋਲ ਪੈਸੇ ਨਹੀਂ ਹੈਗੇ ਤੁਹਾਨੂੰ ਧੱਕੇ ਪੈਂਦੇ ਨੇ ਮੰਦਿਰਾਂ 'ਚ। ਇਹ ਜੋ ਸਾਰਾ ਕੁਝ ਮੈਂ ਉੱਥੇ ਦੇਖਿਆ, ਕੇਦਾਰਨਾਥ, ਬਦਰੀਨਾਥ, ਹੋਰ ਜਿਹੜੇ ਵੀ ਧਾਮ ਦੇਖੇ ਜਾਂਦੇ ਨੇ, ਤੇ ਮੈਨੂੰ ਬੜੀ ਢਾਹ ਲੱਗੀ ਇਸ ਗੱਲ ਦੀ। ਤੇ ਹੋਰ ਜਾਤੀਵਾਦ ਮੈਂ ਤੁਹਾਨੂੰ ਦੱਸਿਆ, ਐ ਮਹਿਸੂਸ ਹੋਇਆ ਵੀ ਫਿਰ ਮੈਂ ਕਰ ਹੀ ਕੀ ਰਿਹਾ। ਹਾਂ, ਵੀ ਇਹ ਮੈਨੂੰ ਲੱਗਿਆ ਕਿ ਨਹੀਂ, ਇਹ ਤਾਂ 21ਵੀਂ ਸਦੀ ਦਾ ਕੋਈ ਹੈ ਨਹੀਂ। ਤੇ ਜੇ ਗੁਰੂ ਸਾਹਿਬ ਦੀ ਬਾਣੀ ਵੀ ਹੈਗੀ ਆ ਤੇ ਸਿੱਖ ਉਹ ਵੀ ਫੋਲੋ ਨਹੀਂ ਕਰਦੇ, ਤਾਂ ਮੈਂ 10 ਸਾਲ ਮੇਰੇ ਕੋਲ ਉਦੋਂ ਮੌਕਾ ਸੀ ਕਿ ਮੈਂ ਸਿੱਖ ਬਣ ਜਾਂਦਾ ਜਾਂ ਮੈਂ ਸਿੱਖੀ 'ਚ ਆ ਜਾਂਦਾ, ਪਰ ਉਦੋਂ ਮੈਨੂੰ ਕੋਈ ਗੁਰੂ ਨਹੀਂ ਸੀ। ਤੇ ਫਿਰ ਮੈਂ 10 ਸਾਲ ਜਿਹੜਾ ਨਾ ਬਿਲਕੁਲ ਨਾਸਤਿਕ ਰਿਹਾ ਜੀ, ਕਿ ਮੈਂ ਕੋਈ ਧਰਮ ਨਹੀਂ ਮੰਨਣਾ, ਵੀ ਬਿਨਾਂ ਧਰਮ ਦੇ ਰਾਹ ਤੇ ਵੀ ਚੱਲ ਕੇ ਦੇਖੀਏ ਕਿ ਕਿੱਥੇ ਜਾ ਕੇ ਕਿੱਥੋਂ ਤੱਕ ਇਹਦੇ ਵੀ ਪੈਰ ਨੇ। ਤੇ ਮੈਨੂੰ ਮਤਲਬ ਮੈਨੂੰ ਕਹਿ ਲਓ ਤੁਹਾਨੂੰ ਜਾਣ ਕੇ ਆਸ਼ਚर्य ਹੋਊਗਾ ਕਿ ਸ਼ਾਇਦ ਦੁਨੀਆ ਦੀ 30% ਵਸੋਂ ਹੈ ਜਿਹੜੀ ਹੁਣ ਕਿਸੇ ਧਰਮ ਨੂੰ ਨਹੀਂ ਮੰਨਦੀ ਜੀ, ਸਿਰਫ ਇਹਨਾਂ ਦੱਕਿਆਂ ਨੂੰ ਉਸੇ ਗੱਲਾਂ ਕਰਕੇ। ਤੇ ਹੁਣ ਮੈਂ ਬਹੁਤ ਰੀਸੈਂਟਲੀ ਕਹਿ ਲਓ ਕਿ ਸਿੱਖੀ ਵਾਲੇ ਪਾਸੇ ਜੁੜਿਆ ਜਦੋਂ ਤੋਂ ਮੈਂ ਪੰਜਾਬ ਵਾਪਸੀ ਕੀਤੀ। ਕਿਉਂ ਚੁਣੀ ਫਿਰ ਸਿੱਖੀ ਅਖੀਰ ਤੇ ਕਿਉਂ ਚੁਣੀ? ਕਿਉਂਕਿ ਜੇ ਤੁਸੀਂ ਨਾਸਤਿਕ ਰਹੇ ਹੋ, ਮਤਲਬ ਕਿਤੇ ਨਾ ਕਿਤੇ ਸਿੱਖੀ ਤੋਂ ਵੀ ਦੂਰ ਸੀ, ਸਾਰਿਆਂ ਤੋਂ ਹੀ ਦੂਰ ਸੀ। ਬਿਲਕੁਲ। ਕਿਉਂ ਚੁਣੀ ਫਿਰ ਸਿੱਖੀ? ਮੈਂ ਉਹੀ ਜਿਵੇਂ ਤੁਸੀਂ ਗਰੋ ਹੁੰਦੇ ਜਾਂਦੇ ਹੋ, ਤਿਵੇਂ ਤੁਸੀਂ ਕਹਿ ਲਓ ਕਿ ਤੁਹਾਡੀ ਜਿਹੜੀ ਸਮਝ ਹੈ, ਤੁਹਾਡੀ ਜਿਹੜੀ ਬੁੱਧੀ ਹੈ, ਉਹ ਤੁਹਾਨੂੰ ਉਹ ਵਿਕਾਸ ਦੇ ਚੱਕਰ 'ਚ ਪੈਂਦੀ ਹੈ ਜੀ। ਤੇ ਮੈਨੂੰ ਵੀ ਮੇਰੇ ਦੋਸਤ ਮਿੱਤਰ ਉਹ ਜਿਹੇ ਜੁੜੇ, ਮੇਰੇ ਨਾਲ ਦੇ ਸਾਥੀ ਜਿਹੜੇ ਸੀਗੇ ਉਹ ਗੁਰਸਿੱਖ ਬਣ ਗਏ, ਜਿਹੜੇ ਮੇਰੇ ਨਾਲ ਬਹਿ ਕੇ ਕਹਿ ਲਓ ਕਿ ਅਸੀਂ ਕੋਈ ਸ਼ਰਾਬ ਦਾਰੂ ਵੀ ਪੀ ਲੈਂਦੇ ਸੀਗੇ। ਕਿ ਉਹਨਾਂ ਨੇ ਜਦੋਂ ਸਿੱਖੀ ਵਾਲੇ ਪਾਸੇ ਨੂੰ ਆਇਆ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਭਾਈ ਤੁਹਾਡਾ ਇੱਧਰ ਨੂੰ ਕਿਉਂ ਰੁਝਾਨ ਹੋਇਆ, ਤੇ ਫਿਰ ਮੈਨੂੰ ਕਈ ਗੱਲਾਂ ਪਤਾ ਲੱਗੀਆਂ ਕਿ ਇਹ ਲੋਕ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਮੇਰੇ ਵਾਂਗੂ ਹੀ ਤਰਸਤ ਨੇ ਕਿ ਧਰਮਾਂ ਦੇ ਵਿੱਚ ਹੋਣ ਵਾਲੀ ਊਚ ਨੀਚ ਤੇ ਜਾਂ ਜਿਹੜਾ ਵਿਤਕਰਾ ਹੁੰਦਾ ਉਹਦੇ ਤੋਂ ਪਰੇਸ਼ਾਨ ਨੇ। ਤੇ ਫਿਰ ਜਦੋਂ ਲੋਕ ਪੜ੍ਹ ਜਾਂਦੇ ਨੇ ਆਪਾਂ, ਤੇ ਫਿਰ ਸਾਨੂੰ ਕਹਿ ਲਓ ਕਿ ਗ੍ਰੰਥਾਂ ਪੋਥੀਆਂ ਨੂੰ ਖੋਲ੍ਹਣਾ ਸਮਝਣਾ ਜਿਹੜਾ ਨਾ ਉਹ ਸੌਖਾ ਹੋ ਜਾਂਦਾ। ਤੇ ਸਿੱਖੀ ਦਾ ਮੂਲ ਸਿਧਾਂਤ ਇਹੀ ਹੈ ਕਿ ਪੜ੍ਹੋ। ਤੇ ਜਦੋਂ ਪੜ੍ਹਨ ਅੱਖਰ ਗੁਰੂ ਅੱਖਰ, ਤੇ ਉਹ ਜਦੋਂ ਸਾਨੂੰ ਸਮਝ ਆਇਆ ਤੇ ਕਹਿ ਲਓ ਕਿ ਮੈਨੂੰ ਲੱਗਿਆ ਕਿ ਹਾਂ ਸਿੱਖੀ ਪੂਰੀ ਤਰ੍ਹਾਂ ਨਾਲ ਕਬਜ਼ਾਈ ਨਹੀਂ ਗਈ। ਇਹਦੇ ਵਿੱਚ ਵੀ ਜਿਵੇਂ ਜਾਤਾਂ ਪਾਤਾਂ ਤੁਸੀਂ ਗੱਲ ਸ਼ੁਰੂ ਤੋਂ ਕੀਤੀ ਹੈ ਕਿ ਗੁਰਦੁਆਰਾ ਇਦਾਂ ਮੇਰੇ ਪਿੰਡ ਵੀ ਹੈਗੇ ਨੇ 3-4 ਗੁਰਦੁਆਰੇ, ਤੇ ਅਸੀਂ ਕਿਵੇਂ ਉਸ ਚੀਜ਼ ਤੋਂ ਬਾਹਰ ਆ ਸਕਦੇ ਹਾਂ। ਜਦੋਂ ਇੰਨੀ ਸਮਝ ਆਈ ਫਿਰ ਮੈਨੂੰ ਸਿੱਖੀ ਨਾਲੋਂ ਵਧੀਆ ਕੁਝ ਲੱਗਦਾ ਹੀ ਨਹੀਂ, ਕਿਉਂਕਿ ਸਿੱਖੀ ਦਾ ਮੂਲ ਸਿਧਾਂਤ ਹੈ ਕਿ ਇਹ ਤੁਹਾਨੂੰ ਇਕੁਐਲਿਟੀ ਦਿੰਦੀ ਹੈ, ਇਹਦੇ ਵਿੱਚ ਵੰਡ ਕੇ ਖਾਣ ਨੂੰ ਤਰਜੀਹ ਦਿੱਤੀ ਜਾਂਦੀ ਹੈ, 10 ਨੂੰਹਾਂ ਦੀ ਕਮਾਈ ਹੈ, ਇਹਦੇ 'ਚ ਹੱਕ ਹਲਾਲ ਦੀ ਕਮਾਈ ਕਰਨਾ ਸਿਖਾਉਂਦੇ ਨੇ, ਕਿਸੇ ਤੇ ਜੇ ਕੋਈ ਜ਼ੁਲਮ ਹੋ ਰਿਹਾ ਉਹਦੇ ਅਗੇਂਸਟ ਖੜੋ। ਸਿੱਖੀ ਤੁਹਾਡੇ ਬਲੱਡ ਵਿੱਚ ਬਹਾਦਰੀ ਘੋਲਦੀ ਹੈ ਜੀ। ਇਸ ਕਰਕੇ ਮੈਨੂੰ ਲੱਗਿਆ ਕਿ ਸਿੱਖੀ ਜਿਹੜਾ ਮੇਰੇ ਵਿਅਕਤੀਤਵ ਦੇ ਨਾਲ, ਮੇਰੀ ਪਰਸਨੈਲਿਟੀ ਦੇ ਨਾਲ ਜਿਹੜੀ ਮਤਲਬ ਮੈਨੂੰ ਸੂਟ ਕਰਦੀ ਹੈ, ਜਾਂ ਮੈਂ ਸਿੱਖੀ 'ਚ ਕਿਤੇ ਨਾ ਕਿਤੇ ਸਟੈਂਡ ਕਰ ਸਕਦਾ। ਅੰਮ੍ਰਿਤ ਛਕਿਆ ਤੁਸੀਂ? ਮੈਂ ਹਾਲੇ ਮੈਂ ਬਿਲਕੁਲ ਜੀ, ਮੈਂ ਛਕੂੰਗਾ ਜਦੋਂ ਕਿਰਪਾ ਹੋਊਗੀ ਵਾਹਿਗੁਰੂ ਦੀ। ਹਾਲੇ ਮੈਨੂੰ ਮੇਰੇ ਬਹੁਤ ਸਾਰੇ ਮਿੱਤਰਾਂ ਨੇ, ਦੋਸਤਾਂ ਨੇ ਕਿਹਾ ਕਿ ਹਾਲੇ ਮੈਂ ਪੜ੍ਹਾਂ, ਹਾਲੇ ਮੈਂ ਉਹ ਸਾਰੀਆਂ ਰਹਿਤ ਮਰਿਆਦਾ ਜਿਹੜੀਆਂ ਫੋਲੋ ਕਰਨ ਦੀ ਕੋਸ਼ਿਸ਼ ਕਰਦਾ। ਤੁਹਾਨੂੰ ਦੱਸਿਆ ਕਿ ਮੈਂ ਬਹੁਤ ਕਹਿ ਲਓ ਕਿ ਮੇਰੇ ਜੀਵਨ ਦਾ ਜਿਹੜਾ ਸਟਾਈਲ ਸੀਗਾ ਉਹ ਬਹੁਤ ਹੀ ਖਰਾਬ ਸੀ, ਦਾਰੂ ਤੋਂ ਲੈ ਕੇ ਹੋਰ ਤੰਬਾਕੂ ਨੋਸ਼ੀ ਔਰ ਇਹ ਸਾਰਾ ਕੁਛ। ਮੈਂ ਜਿਸ ਸਟੇਟ 'ਚ ਸੀਗਾ, ਜਿਸ ਜਗ੍ਹਾ ਮੈਂ ਰਹਿੰਦਾ ਸੀ, ਉੱਥੇ ਸਾਰੇ ਕੁਝ ਕਰਦੀ ਸੀ। ਮੇਰੀ ਯੂਨੀਵਰਸਿਟੀ 'ਚ ਸਿਗਰਟਾਂ ਮਿਲਦੀਆਂ ਸੀ ਜੀ। ਤੇ ਤੁਸੀਂ ਕਦੀ ਨਾ ਕਦੀ ਜਾ ਕੇ, ਮੈਂ ਹੁਣ ਓਪਨਲੀ ਕਹਿ ਲਓ ਜਾਂ ਤਾਂ ਮੈਂ ਝਿਜਕ ਰਿਹਾ ਕਹਿਣ 'ਚ, ਪਰ ਸਮਝਦੇ ਹਾਂ ਕਿ ਤੁਸੀਂ ਭਟਕ ਜਾਂਦੇ ਹੋ ਜੀ। ਤੇ ਉਹ ਸਾਰੇ ਮੈਨੂੰ ਲੱਗਦਾ ਕਿ ਉਹ ਕਲੀਨਜ਼ਿੰਗ ਕਰਨ ਨੂੰ ਜਾਂ ਉਹ ਸਾਰੀ ਚੀਜ਼ਾਂ ਨੂੰ ਮੈਨੂੰ ਟਾਈਮ ਲੱਗੂਗਾ। ਮੈਨੂੰ ਬਹੁਤੇ ਕਹਿੰਦੇ ਆ ਕਿ ਸਿੱਖੀ ਜਿਹੜੀ ਉਹ ਪਹਿਲਾਂ ਕੀ ਕੀਤਾ ਉਹ ਨਹੀਂ ਹੈ,
ਤੁਸੀਂ ਉਹ ਤੋਂ ਬਾਣਾ ਪਾਉਣ ਤੋਂ ਬਾਅਦ ਕੀ ਕਰਦੇ ਹੋ। ਪਰ ਮੈਨੂੰ ਹਾਲੇ ਵੀ ਲੱਗਦਾ ਕਿ ਮੈਂ ਸ਼ਾਇਦ ਪੜਾਂ, ਕਿਉਂਕਿ ਬਹੁਤ ਸਾਰੀਆਂ ਜਿਹੜੇ ਅੰਮ੍ਰਿਤ ਛਕਾਉਂਦੇ ਵੀ ਨੇ ਉਹ ਬੜੇ ਤਰ੍ਹਾਂ ਦੇ ਸੰਸਥਾਵਾਂ ਨੇ ਸਿੱਖੀ ਦੇ ਵਿੱਚ ਵੀ, ਹੈ ਨਾ, ਕਈ ਤਰ੍ਹਾਂ ਦੇ। ਟੱਰੀਆਂ ਵਾਲਾ ਵੀ ਛਕਾਉਂਦੇ ਨੇ, ਬਿਲਕੁਲ ਜੀ। ਅੰਮ੍ਰਿਤ SGPC ਵੀ ਛਕਾਉਂਦੀ ਹੈ, ਅੰਮ੍ਰਿਤਪਾਲ ਵੀ ਛਕਾਉਂਦਾ, ਬਿਲਕੁਲ ਜੀ। ਤੇ ਇਹਨਾਂ ਦੇ ਅੰਮ੍ਰਿਤ ਤੇ ਫਰਕ ਲੱਗਦਾ ਕਿਸੇ ਚ? ਮੈਨੂੰ ਬਿਲਕੁਲ ਜੀ, ਮੈਂ ਅੰਮ੍ਰਿਤਪਾਲ ਦੀ ਸੋਚ ਨਾਲ ਬਹੁਤਾ ਸਹਿਮਤ ਨਹੀਂ ਜੀ। ਤੇ ਮੈਨੂੰ ਕਦੀ ਕਿਉਂਕਿ ਮੈਂ ਬਾਹਰੀ ਸਟੇਟਾਂ 'ਚ ਵੀ ਰਹਿ ਕੇ ਆਇਆ, ਪੰਜਾਬ ਦਾ ਮੈਂ ਹਿਮਾਇਤੀ ਹਾਂ। ਪਹਿਲੀ ਗੱਲ ਤਾਂ ਜਿਹੜੀ ਸਾਨੂੰ ਕਹਿ ਲਓ ਕਿ ਪੜ੍ਹਾਈ ਜਾਂਦੀ ਹੈ, ਜਿਹੜੀ ਸਿਸਟਮ ਨੂੰ ਜਿਹੜੇ ਲੋਕ ਸਮਝਦੇ ਨੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਤੁਸੀਂ ਹਿੰਸਾ ਦਾ ਰਾਹ ਚੁਣ ਲੈਂਦੇ, ਤੁਸੀਂ ਸਟੇਟ ਦੇ ਹੱਥ ਵਿੱਚ ਖੇਡ ਜਾਂਦੇ ਹੋ ਜੀ। ਤੇ ਉਹ ਚਾਹੁੰਦੇ ਨੇ ਕਿ ਤੁਸੀਂ ਹਿੰਸਾ ਵਾਲਾ ਰਾਹ ਚੁੱਕੋ, ਕਿਉਂਕਿ ਅਸੀਂ ਘੱਟ ਗਿਣਤੀ ਹੋਵਾਂਗੇ ਤੇ ਉਹਨਾਂ ਨੂੰ ਵਿਲਨ ਬਣਾਉਣਾ ਸੌਖਾ ਹੈ। ਉਹ ਆਲਰੇਡੀ ਕਹਿ ਲਓ ਕਿ ਭੂਤਕਾਲ 'ਚ ਕਰ ਚੁੱਕੇ ਨੇ ਤੇ ਅੱਗੇ ਵੀ ਕਰਨ 'ਚ ਕੋਈ ਪਤਾ ਹੀ ਨਹੀਂ ਵਰਤਣਗੇ। ਤੇ ਉਹ ਮੈਨੂੰ ਲੱਗਦਾ ਸੀਗਾ ਕਿ ਜਿਹੜਾ ਇਹ ਵਰਤਾਂਤ ਹੈ ਸਾਰਾ, ਉਹ ਕਿਸਾਨੀ ਘੋਲ ਤੋਂ ਬਾਅਦ ਜਿਹੜੇ ਕਿਸਾਨਾਂ ਦੀ ਜਿੱਤ ਹੋਈ ਆ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਢਾਹ ਢੇਰੀ ਕਰਨਾ, ਮੇਰਾ ਪਰਸਨਲ ਵਿਚਾਰ ਹੈ। ਛਵੀ ਨੂੰ ਖਰਾਬ ਕਰਨਾ, ਸਮੁੱਚੇ ਪੰਜਾਬ ਦੀ ਸਿੱਖੀ ਦੀ, ਬਿਲਕੁਲ। ਤੇ ਜਿਵੇਂ ਹੁਣ ਜਿਹੜੇ ਲੋਕੀ ਤਾਂ ਪੰਜਾਬ ਤੋਂ ਬਾਹਰ ਜਾਂਦੇ ਨੇ ਉਹਨਾਂ ਨੂੰ ਤਾਂ ਨਹੀਂ ਪਤਾ, ਜਿਵੇਂ ਅਸੀਂ ਹੁਣ ਪੰਜਾਬ ਤੋਂ ਬਾਹਰ ਰਹਿੰਦੇ ਆ, ਸਾਨੂੰ ਇਹ ਗੱਲਾਂ ਸੁਣਨ ਨੂੰ ਵੀ ਆਉਂਦੀਆਂ ਨੇ। ਸਾਡੇ ਲਈ ਸ਼ਾਇਦ ਪੰਜਾਬ 'ਚ ਰਹਿ ਕੇ ਪੰਜਾਬ ਦੀ ਗੱਲ ਕਰਨੀ ਮੈਨੂੰ ਲੱਗਦਾ ਸਖਾਲੀ ਹੈ ਜੀ। ਪੰਜਾਬ ਤੋਂ ਬਾਹਰ ਰਹਿ ਕੇ ਪੰਜਾਬ ਦੇ ਹੱਕ ਦੀ ਗੱਲ ਕਰਨੀ ਇਹ ਬਹੁਤ ਔਖਾ ਹੈ ਜੀ। ਤੁਸੀਂ ਇੱਕ ਭੀੜ ਦੇ ਵਿੱਚ ਇਕੱਲੇ ਖੜੇ ਹੁੰਦੇ ਹੋ, ਉੱਥੇ ਵੀ ਗੱਜ ਕੇ ਬੁਲਾਉਣਾ ਤੇ ਗੱਜ ਕੇ ਗੱਲ ਕਰਨੀ ਇਹ ਬਹੁਤ ਔਖਾ। ਤੇ ਮੈਂ ਕਰਦਾ ਰਿਹਾ ਟਾਈਮ ਟੂ ਟਾਈਮ, ਤੇ ਪਰ ਮੈਨੂੰ ਅੰਮ੍ਰਿਤਪਾਲ ਦੇ ਵਿਚਾਰ ਉਦੋਂ ਵੀ ਨਹੀਂ ਸੀ ਚੰਗੇ ਲੱਗਦੇ, ਜਾਂ ਕਹਿ ਲਓ ਕਿ ਮੇਰੀ ਉਹਨਾਂ ਨਾਲ ਮੈਂ ਇਤਫਾਕ ਨਹੀਂ ਰੱਖਦਾ ਜੀ। ਤੇ ਉਹ ਸਾਡੇ ਬਹੁਤੇ ਜੇ ਪੜ੍ਹੇ ਲਿਖੇ ਪੰਜਾਬੀਆਂ ਨੂੰ, ਜਾਂ ਕਹਿ ਲਓ ਜਿਹੜੇ ਲੋਕ ਪੰਜਾਬ ਦਾ ਭਲਾ ਚਾਹੁੰਦੇ ਨੇ, ਉਹਨਾਂ ਦੇ ਨਾਲ ਉਹ ਬਹੁਤ ਸਹਿਮਤ ਨਹੀਂ ਲੋਕ। ਇੱਕ ਮੈਂ ਇਹ ਵੀ, ਜਿਵੇਂ ਮੈਂ ਸ਼ੁਰੂ ਚ ਗੱਲ ਕੀਤੀ ਕਿ ਪਿੰਡਾਂ ਦੇ ਵਿੱਚ 3-3 ਗੁਰਦੁਆਰੇ ਬਣ ਗਏ, ਚਲੋ ਕਿਸ ਨੇ ਬਣਾਏ, ਜੱਟਾਂ ਦੀ ਗੱਲ ਹੁੰਦੀ ਹੈ ਵੀ ਉਹਨਾਂ ਨੇ ਬਣਾਤੇ, ਜਾਤ ਪਾਤ ਉਹ ਕਰਦੇ ਨੇ, ਜਿਵੇਂ ਹਿੰਦੂ ਧਰਮ ਚ ਹੁੰਦੀ ਆ ਉਵੇਂ ਸਿੱਖਾਂ ਚ ਵੀ ਕਰਨ ਲੱਗ ਗਏ ਉਹ, ਜਿਸ ਕਰਕੇ ਸਿੱਖਾਂ ਚੋਂ ਕੋਈ ਕ੍ਰਿਸਚੀਅਨ ਬਣਨ ਲੱਗ ਗਿਆ, ਕੋਈ ਕਿਵੇਂ ਬਣਨ ਲੱਗ ਗਿਆ, ਬੜੀਆਂ ਚੀਜ਼ਾਂ ਵੀ ਹੋਈਆਂ। ਬਿਲਕੁਲ। ਪਰ ਉਹ ਗੁਰਦੁਆਰੇ ਚਲੋ ਜਿਹਨੇ ਬਣਾਏ ਬਣਾ ਦਿੱਤੇ, ਛਡਾ ਕੋਈ ਨਹੀਂ ਰਿਹਾ, ਕੌਣ ਛਡਾਏਗਾ? ਤੇ ਕੋਈ ਕਿਉਂ ਨਹੀਂ ਕੁਝ ਬੋਲ ਰਿਹਾ? ਅੰਮ੍ਰਿਤਪਾਲ ਬੜੀਆਂ ਗੱਲਾਂ ਬਾਰੇ ਬੋਲਦਾ ਸੀ, ਇਸ ਮੁੱਦੇ ਤੇ ਉਸਨੇ ਵੀ ਹੱਥ ਨਹੀਂ ਪਾਇਆ। SGPC ਖੁਦ ਨੂੰ ਸਿੱਖਾਂ ਦੀ ਪਾਰਲੀਮੈਂਟ ਦੱਸਦੀ ਹੈ, ਉਹਨਾਂ ਵੱਲੋਂ ਕੋਈ ਇੱਕ ਲਫ਼ਜ਼ ਨਹੀਂ ਬੋਲਿਆ ਜਾਂਦਾ, ਕੌਣ ਬੋਲੇਗਾ ਇਹਦੇ ਬਾਰੇ? ਮੈਨੂੰ ਤਾਂ ਉਮੀਦ ਨਹੀਂ ਕੋਈ ਬੋਲੇਗਾ ਜੀ। ਰੀਜ਼ਨ ਕੀ ਹੈ ਕਿ ਦੇਖੋ, ਜੇ ਤੁਹਾਡੇ ਇੱਕ ਪਿੰਡ 'ਚ 3 ਗੁਰਘਰ ਹੈਗੇ ਨੇ, ਤੇ ਜਿਹੜੇ ਉੱਥੇ ਗ੍ਰੰਥੀ ਭਾਈ ਨੇ, ਮੈਂ ਬਹੁਤੇ ਮੇਰੇ ਨਾਲ ਲੱਗਦੇ ਪਿੰਡਾਂ ਦੀ ਮੈਨੂੰ ਕਹਾਣੀ ਪਤਾ ਹੈ, ਪਰਸਨਲੀ ਪਤਾ ਹੈ ਕਿ ਉੱਥੇ 5-5, 10-10 ਹਜ਼ਾਰ ਰੁਪਏ ਤੇ ਗ੍ਰੰਥੀ ਰੱਖਿਆ ਜਾਂਦਾ, ਜਦਕਿ ਗੁਰਦੁਆਰੇ ਦੀ ਬਿਲਡਿੰਗ ਦੇ ਉੱਪਰ ਕਰੋੜਾਂ ਰੁਪਏ ਖਰਚ ਕੀਤਾ ਹੋਇਆ। NRI ਜਿਹੜੇ ਜੱਟ ਵੀਰ ਮੇਰੇ ਭਰਾ ਹੈਗੇ ਨੇ, ਉਹ ਪੈਸਾ ਭੇਜ ਦਿੰਦੇ ਨੇ ਆਪਦੇ ਵੱਲੋਂ ਗੁਰੂ ਘਰ ਦੀ, ਉਹ ਇੱਕ ਕਹਿ ਲਓ ਕਿ ਉਹਨਾਂ ਨੇ ਸੇਵਾ ਕਰ ਰਹੀ ਹੈ। ਤੇ ਉਹ ਹੁਣ NRIਆਂ ਦਾ ਪੈਸਾ ਹੈ ਤੇ ਉਹ ਲੱਗਦਾ ਹੈ, ਪਰ ਉਹ ਗ੍ਰੰਥੀ ਜਿਹੜਾ ਸਿੰਘ ਆ ਉਹ ਤਾਂ ਹੱਲੇ ਵੀ ਉਹੀ 15,000 10,000 ਤਨਖਾਹ ਲੈਂਦਾ, ਤੇ ਉਹ ਵੀ ਕਦੀ ਉਹਨੂੰ ਮਿਲਦੀ ਹੈ ਕਦੀ ਨਹੀਂ ਮਿਲਦੀ। ਇਹ ਮੈਂ ਹਾਲਾਤ ਆਪਣੀ ਅੱਖੀਂ ਦੇਖੇ ਨੇ। ਜਿਵੇਂ ਹਿੰਦੂ ਟੈਂਪਲ ਨੇ ਜੀ, ਅਗੇਨ ਮੈਂ ਫਿਰ ਕਹਾਂ ਕਿ ਇਹਦੇ ਤਾਂ ਨਾ, ਇਹਨੂੰ ਕੋਈ ਆਪਣੇ ਧਰਮ ਦੇ ਉੱਪਰ ਨਾ ਲਵੇ, ਮੈਂ ਸਿਰਫ ਵਿਵਸਥਾ ਦੇ ਉੱਪਰ ਗੱਲ ਕਰ ਰਿਹਾ ਕਿ ਜਿਹੜੇ ਟੈਂਪਲ ਨੇ ਉੱਥੇ ਵੀ ਤਾਂ ਉਹ ਇੱਕ ਤਰ੍ਹਾਂ ਨਾਲ ਜੇ ਗੋਲਕ ਚੱਕ ਲਵੋ ਤੁਸੀਂ, ਮੇਰਾ ਤੁਸੀਂ ਸ਼ਰਤੀਆ ਲਾ ਲਓ ਕਿ ਉਸ ਜਗ੍ਹਾ ਤੇ ਕਿਹੜਾ ਪੁਜਾਰੀ ਜਿਹੜਾ ਬੈਠੂਗਾ, ਜਿਹੜੇ ਅਖੌਤੀ ਸੇਵਾਦਾਰ ਨੇ, ਭਾਵੇਂ ਉਹ ਹਿੰਦੂ ਧਰਮ ਚ ਪੁਜਾਰੀ ਹੋਣ ਤੇ ਭਾਵੇਂ ਜਿਹੜੇ ਇੱਧਰ, ਕਿਉਂਕਿ ਕਈ ਪਿੰਡਾਂ ਦੇ ਵਿੱਚ ਮੈਂ ਵੀ ਸੁਣਿਆ ਬਾਈ ਕਿ ਗੁਰਦੁਆਰੇ ਦੇ ਵਿੱਚ ਬੰਦਾ ਜਾ ਕੇ ਬੈਠਾ, ਜੋ ਕਥਿਤ ਤੌਰ ਤੇ ਇਹਨਾਂ ਦੀ ਮਾੜੀ ਸੋਚ ਦੇ ਮੁਤਾਬਕ ਕਿਸੇ ਨੀਵੀਂ ਜਾਤ ਆ, ਉਹਨੂੰ ਇਹ ਉਠਾ ਦਿੰਦੇ ਆ, ਬਾਂਹ ਫੜ ਕੇ ਉਠਾ ਦਿੰਦੇ ਆ। ਤੇ ਇਹ ਜੇ ਅਖੌਤੀ ਸੇਵਾਦਾਰ ਉੱਥੇ ਨਹੀਂ ਰਹਿਣਗੇ ਜੇ ਗੋਲਕ ਚੱਕੀ ਜਾਵੇ, ਬਿਲਕੁਲ ਕੋਈ ਪਾਸੇ ਹੋ ਜਾਣਗੇ। ਤੁਸੀਂ ਕਿਸੇ ਵੀ ਦੇਖੋ ਧਾਰਮਿਕ ਸਥਾਨ ਦੇ ਉੱਪਰੋਂ, ਤਾਂ ਮੈਂ ਖੁੱਲ ਕੇ ਕਹਿਣ ਨੂੰ ਤਿਆਰ ਹਾਂ ਇਸ ਗੱਲ ਨੂੰ ਕਿ ਜੇ ਤੁਸੀਂ ਗੋਲਕ ਚੱਕ ਲਵੋ ਜੀ, ਤੇ ਮੇਰੇ ਨਾਲ ਸ਼ਰਤ ਲਾ ਲਓ ਕੋਈ ਪੰਡਤ, ਮੁੱਲਾ, ਮੌਲਵੀ ਭਾਈ ਉਸ ਥਾਂ ਤੇ ਬਹਿ ਕੇ ਪਾਠ ਪੂਜਾ ਨਹੀਂ ਕਰੂਗਾ, ਠੀਕ ਹੈ। ਹੁਣ ਆ ਬਾਬਾ ਬੋੜ ਆਪਾਂ ਦੇਖਦੇ ਪਏ ਜੀ, ਅਸਲ ਮੰਦਿਰ ਤਾਂ ਇਹ ਹੈ ਕੁਦਰਤ ਦਾ। ਤੇ ਸਿੱਖੀ ਵਿੱਚ ਵੀ ਗੁਰੂ ਨਾਨਕ ਦੇਵ ਨੇ ਬੜਾ ਕੁਝ ਕਿਹਾ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ। ਜਦੋਂ ਇਹਨਾਂ ਗੱਲਾਂ ਨੂੰ ਕਹਿਤਾ, ਅਸੀਂ ਉਹ ਗੱਲਾਂ ਤਾਂ ਸਾਰੀਆਂ ਭੁੱਲ ਗਏ, ਅਸੀਂ ਆਪਦੀ ਬਿਲਡਿੰਗਾਂ ਖੜੀਆਂ ਕਰ ਲਈਆਂ ਵੱਡੀਆਂ ਵੱਡੀਆਂ, ਹੁਣ ਉੱਥੇ ਗੋਲਕ ਰੱਖਤੀ। ਹੁਣ ਇੱਥੇ ਕੋਈ ਹੈਗਾ ਬੰਦਾ ਤੁਹਾਨੂੰ ਲੱਗ ਰਿਹਾ ਜਿਹਨੇ ਇਹਨੂੰ ਪਾਲਿਆ ਹੋਵੇ, ਜਾਂ ਇੱਥੇ ਕੋਈ ਮੰਦਿਰ ਮਸਜਿਦ ਬਣਾਇਆ ਹੋਵੇ, ਇਹਨੇ ਕਈ ਇਤਿਹਾਸ ਦੇਖ ਲਏ, ਕਈ ਕੁਝ ਦੇਖ ਲਿਆ, ਅਸਲ ਰੱਬ ਤਾਂ ਇਹ ਨੇ ਜੀ, ਰੱਬੀ ਰੂਪ ਜਿਹਨੂੰ ਕਹਿ ਦਾਂਗੇ। ਅਸੀਂ ਉਹ ਸਾਰਾ ਕੁਝ ਭੁੱਲ ਕੇ ਅਸੀਂ ਮੰਦਿਰ ਬਣਾ ਲਏ, ਮਸੀਤਾਂ ਬਣਾ ਲਈਆਂ, ਵੱਡੇ ਵੱਡੇ ਗੁਰਦੁਆਰਾ ਸਾਹਿਬ ਬਣਾ ਲਏ, ਹੁਣ ਉੱਥੇ ਗੋਲਕਾਂ ਰੱਖਤੀਆਂ ਨੇ। ਹੁਣ ਲੋਕੀ ਆਉਂਦੇ ਨੇ, ਹੁਣ ਇਹ ਇੱਕ ਤਰ੍ਹਾਂ ਦੀਆਂ ਦੁਕਾਨਾਂ ਨੇ ਜੀ, ਤੇ ਇੱਥੇ ਸਿਰਫ ਉਹਨਾਂ ਨੂੰ ਮਿਲਦਾ ਹੱਕ ਪੂਜਾ ਕਰਨ ਦਾ ਜਿਨ੍ਹਾਂ ਨੇ ਬਣਾਈਆਂ ਨੇ, ਤੇ ਉਹੀ ਇਹਦਾ ਚੰਦਾ ਇਕੱਠਾ ਕਰਦੇ ਨੇ। ਤੁਸੀਂ ਕਿਸੇ ਛੋਟੀ ਜਾਤ ਦੇ ਬੰਦੇ ਨੂੰ ਕਿਸੇ ਜੱਟਾਂ ਦੇ ਜ਼ਿਮੀਂਦਾਰਾਂ ਦੇ ਗੁਰਦੁਆਰੇ ਵਿੱਚ ਵਿਆਹ, ਸ਼ਾਦੀ, ਕੀਰਤਨ ਸਮਾਰੋਹ ਮੈਂ ਤਾਂ ਕਦੀ ਹੁੰਦਾ ਦੇਖਿਆ ਨਹੀਂ ਜੀ, ਤੁਸੀਂ ਕਦੀ ਹੁੰਦਾ ਵੀ ਦੇਖਿਆ? ਮੈਂ ਇਕਬਾਲ ਸਿੰਘ ਢਿੱਲੋਂ ਹੁਣੀ ਨਾਲ ਗੱਲ ਕੀਤੀ ਸੀ, ਜੋ ਕਿ ਰਿਟਾਇਰਡ ਪ੍ਰੋਫੈਸਰ ਨੇ ਜੀ ਜੀ, ਮੈਂ ਦੇਖਿਆ। ਉਹ ਵੀ ਇਹ ਗੱਲ ਕਹਿੰਦੇ ਸੀ ਕਿ ਪਹਿਲੀ ਗੱਲ ਤਾਂ ਗੋਲਕ ਹੋਣੀ ਨਹੀਂ ਚਾਹੀਦੀ। ਜੇ ਗੁਰੂ ਨੇ ਅੱਖਰ ਨੂੰ ਗੁਰ ਆਖਿਆ ਜਾਂ ਬ੍ਰਹਮੰਡ ਨੂੰ ਗੁਰ ਆਖਿਆ, ਤਾਂ ਫਿਰ ਇਹ ਸਭ ਨਹੀਂ ਹੋਣੇ ਚਾਹੀਦੇ ਜੋ ਕਰਮਕਾਂਡ ਨੇ।
ਗੋਲਕ ਉਹਨਾਂ ਦੇ ਵਿੱਚੋਂ ਇੱਕ ਕਰਮ ਕਾਂਡ ਹੈ। ਸੇਵਾ ਕਰਨੀ ਆ ਤਾਂ ਦਸਵੰਧ ਕੱਢਣਾ ਹੋਰ ਗੱਲ ਹੁੰਦੀ ਆ, ਪਰ ਗੋਲਕ ਭਰਨੇ ਹੋਰ ਗੱਲ ਹੁੰਦੀ ਆ। ਬਿਲਕੁਲ ਜੀ। ਤੇ ਦੂਜੀ ਗੱਲ ਉਹਨਾਂ ਨੇ ਇਹ ਵੀ ਕੀਤੀ ਸੀ ਕਿ ਫਿਰ ਜੇਕਰ ਇਸ ਤਰੀਕੇ ਪਖੰਡ ਹੋ ਹੀ ਰਿਹਾ, ਫਿਰ ਦੇਹਧਾਰੀ ਗੁਰੂ ਤੇ ਇਸ ਤਰੀਕੇ ਜੇ ਆਪਾਂ ਤੱਤੇ ਠੰਡੇ ਦਾ ਖਿਆਲ ਰੱਖਦੇ ਹਾਂ, ਏਸੀ ਚਲਾਉਂਦੇ ਹਾਂ ਗ੍ਰੰਥ ਸਾਹਿਬ ਵਾਸਤੇ, ਇਹ ਚੀਜ਼ ਦਾ ਵੀ ਖੰਡਨ ਕੀਤਾ ਸੀ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਹੁੰਦਾ ਏਸੀ ਲਾਓ ਗੁਰਦੁਆਰਿਆਂ ਦੇ ਵਿੱਚ, ਇਹ ਲਾ ਦਿਓ ਉਹ ਲਾ ਦਿਓ। ਦੇਖੋ ਹੁਣ ਮੌਸਮ ਪਰਿਵਰਤਨ ਹੁੰਦਾ, ਕੀ ਉਹ ਏਸੀ ਗ੍ਰੰਥ ਸਾਹਿਬ ਵਾਸਤੇ ਹੁੰਦਾ ਜਾਂ ਉਹ ਅਖੌਤੀ ਸੇਵਾਦਾਰਾਂ ਵਾਸਤੇ ਹੁੰਦਾ? ਇਹ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ, ਸਹੀ ਵੀ ਹੈ, ਕਾਫੀ ਹੱਦ ਤੱਕ ਸਹੀ ਹੈ। ਜਿਹੜੀਆਂ ਪੁਰਾਣੀਆਂ ਕਿਤਾਬਾਂ ਨੇ, ਹਸਤ ਲਿਖਿਤ ਜਿਹੜੇ ਗ੍ਰੰਥ ਸਾਹਿਬ ਨੇ, ਜਿਵੇਂ ਇੱਕ ਆਪਾਂ ਦਰਬਾਰ ਸਾਹਿਬ ਜਾਈਏ ਤਾਂ ਉੱਪਰਲੀ ਮੰਜ਼ਿਲ ਤੇ ਇੱਕ ਗ੍ਰੰਥੀ ਸਿੰਘ ਉਹਨਾਂ ਨੂੰ ਪੜ੍ਹਦੇ ਰਹਿੰਦੇ ਨੇ। ਕਈ ਜਿਹੜੇ ਕਹਿ ਲਓ ਕਿ ਨਵੀਂ ਜਿਹੜੀ ਹੈ ਨਾ ਵਾਤਾਵਰਨ ਦੇ ਵਿੱਚ, ਇਹਨਾਂ ਗ੍ਰੰਥ ਦੀਆਂ ਕਿਤਾਬਾਂ ਨੇ ਜਾਂ ਗ੍ਰੰਥ ਸਾਹਿਬ ਨੇ, ਉਹਨਾਂ ਲਈ ਮਾੜਾ ਹੈ ਜੀ, ਉਹ ਖਰਾਬ ਹੁੰਦੇ ਨੇ ਜੀ। ਤਾਂ ਮੈਂ ਸਮਝ ਸਕਦਾ ਕਿ ਉਹਨਾਂ ਦੀ ਸੇਵਾ ਸੰਭਾਲ ਜਿਹੜੀ ਕਰਨੀ ਹੈ, ਉੱਥੇ ਤੁਹਾਨੂੰ ਏਸੀ ਨਵੀਂ ਖਿੱਚਦਾ, ਡਰਾਈਨੈਸ ਕਰਦਾ, ਤੇ ਉੱਥੇ ਤਾਂ ਸਮਝ ਆਉਂਦੀ ਹੈ। ਪਰ ਜਿੱਥੇ ਤੁਸੀਂ ਕਿਤਾਬਾਂ ਜਿਹੜੀਆਂ ਅੱਜ ਕੱਲ੍ਹ ਛਪਦੀਆਂ ਨੇ, ਮਾਡਰਨ ਤਰੀਕੇ ਨਾਲ ਗ੍ਰੰਥ ਸਾਹਿਬ ਛਾਪੇ ਜਾਂਦੇ ਨੇ, ਜਿਹੜਾ ਮਾਡਰਨ ਇਨਫਰਾਸਟਰਕਚਰ ਹੈਗਾ ਉਹਦੇ ਵਿੱਚ ਤਾਂ ਏਸੀ ਕਹਿ ਲਓ ਅੱਜ ਕੱਲ੍ਹ ਜ਼ਰੂਰਤ ਜਿਹੀ ਬਣ ਗਈ ਹੈ। ਵੈਸੇ ਤਾਂ ਜੇ ਆਪਾਂ ਦੇਖਿਆ ਜਾਵੇ ਘਰਾਂ 'ਚ ਵੀ ਲੱਗਦਾ, ਲੋਕ ਹੁਣ ਜਿਹੜੇ ਕਹਿੰਦੇ ਨੇ ਕਿ ਜੇ ਅਸੀਂ ਗੁਰ ਘਰ ਵੀ ਜਾਈਏ ਉੱਥੇ ਬਹਿਣਾ ਤਾਂ ਸਾਨੂੰ ਸ਼ਾਇਦ ਉੱਥੇ ਸਹੂਲਤ ਚਾਹੀਦੀ ਆ, ਪਰ ਉਹ ਗੱਲ ਖਿਆਜੀ ਤੇ ਜਾਂਦੀ ਹੈ ਕਿ ਗ੍ਰੰਥ ਸਾਹਿਬ ਨੂੰ ਚਾਹੀਦਾ ਏਸੀ ਤੇ ਅਸੀਂ ਉਹਨੂੰ ਲਾਉਣਾ। ਉਹ ਹਾਂ, ਗੱਲ ਆਪਾਂ ਵੀ ਉਹੀ ਕਰ ਰਹੇ। ਸਵਾਲ ਇਹ ਨਹੀਂ ਕਿ ਏਸੀ ਤੇ ਸਵਾਲ ਨਹੀਂ, ਸਵਾਲ ਇਹ ਆ ਵੀ ਤੁਸੀਂ ਉਹਨੂੰ ਸਹੀ ਐ ਕਿਉਂ ਠਹਿਰਾ ਰਹੇ ਹੋ ਵੀ ਇਹ ਗ੍ਰੰਥ ਸਾਹਿਬ ਵਾਸਤੇ ਏਸੀ? ਤਰਕ ਮੈਂ ਉਹੀ ਕਹਿਣਾ, ਕਿਉਂਕਿ ਫਿਰ ਜਦੋਂ ਤੁਸੀਂ ਗ੍ਰੰਥ ਸਾਹਿਬ ਦਾ ਨਾਮ ਹੀ ਲੈਤਾ, ਉਦੋਂ ਕਿਸੇ ਨੇ ਕਿੰਤੂ ਪਰੰਤੂ ਨਹੀਂ ਕਰਨਾ। ਇੱਥੇ ਗੱਲ ਉੱਥੇ ਖਤਮ ਹੋ ਜਾਂਦੀ ਹੈ। ਲੋਕੀ ਇਹ ਕਹਿੰਦੇ ਆ ਕਿ ਮੈਂ ਆਪਣੇ ਭਗਵਾਨ ਨੂੰ ਬਚਾਉਣ ਲਈ ਐ ਕੀਤਾ, ਵੀ ਭਲਿਆ ਮੰਨਗਾ ਵੀ ਇੰਨੀ ਕੁ ਧਰਤੀ ਹੈ, ਇੰਨਾ ਵੱਡਾ ਬ੍ਰਹਮੰਡ ਹੈ, ਉਹਦੇ ਚ ਇੰਨੀ ਕੁ ਧਰਤੀ ਹੈ, ਉਹਦੇ ਉੱਪਰ ਜਮਾ ਹੀ ਮਤਲਬ ਦਿਖਦਾ ਵੀ ਨਹੀਂ ਦੂਰੋਂ, ਠੀਕ ਹੈ। ਜੇ ਧਰਤੀ ਤੋਂ ਅਸੀਂ ਕਿਲੋਮੀਟਰ ਉੱਪਰ ਉੱਡ ਜਾਈਏ ਨਾ ਤਾਂ ਅਸੀਂ ਤੁਰੇ ਜਾਂਦੇ ਨਹੀਂ ਦਿਖਾਂਗੇ ਜੀ, ਠੀਕ ਹੈ। ਉਹ ਬੰਦਾ ਕਹਿੰਦਾ ਮੈਂ ਧਰਮ ਬਚਾ ਰਿਹਾ ਜਾਂ ਆਪਣੇ ਰੱਬ ਨੂੰ ਬਚਾ ਰਿਹਾ। ਉਹ ਰੱਬ ਵੀ ਕੈਸਾ ਹੋਊਗਾ ਜਿਹਨੂੰ ਬੰਦਿਆਂ ਦੀ ਲੋੜ ਪਈ ਹੈ ਬਚਾਉਣ ਲਈ। ਬਿਲਕੁਲ ਜੀ ਜੀ। ਤਾਂ ਬਈ ਜਿਹੜੇ ਲੋਕ ਹੋਰ ਨੇ, ਜਿਵੇਂ ਮੰਨ ਲਓ ਮੈਂ ਹੀ ਮੰਨ ਲੈਣਾ ਵੀ ਜਿਹੜਾ ਹੁਣ ਧਰਮ ਤੋਂ ਦੂਰ ਆ, ਜਾਂ ਇਹੋ ਜਿਹੇ ਕਈ ਹੋਰ ਦੇਖ ਲਏ ਹੋਣਗੇ, ਕੀ ਕੋਈ ਇੱਕ ਈਵੈਂਟ ਹੁੰਦਾ? ਮੈਂ ਅੱਗੇ ਵੀ ਇਹ ਸਵਾਲ ਪੁੱਛਿਆ ਕਿ ਕੋਈ ਇੱਕ ਝਟਕਾ ਹੁੰਦਾ, ਕੋਈ ਇੱਕ ਈਵੈਂਟ ਹੁੰਦਾ, ਜਾਂ ਬਦਲਾਅ ਸਹਿਜੇ ਆਉਂਦਾ, ਹੌਲੀ ਹੌਲੀ ਆਉਂਦਾ, ਸੋਚ ਬਦਲਦੀ ਹੈ ਧਰਮ ਵੱਲ ਜਾਂ ਕਿਸੇ ਵੀ ਹੋਰ ਆਈਡੀਆ ਵੱਲ, ਝੁਕਾਅ ਕਿਵੇਂ ਹੋ ਜਾਂਦਾ ਮੰਨ ਲਓ? ਬਿਲਕੁਲ, ਮੈਨੂੰ ਬਾਕੀ ਲੋਕਾਂ ਦਾ ਤਾਂ ਨਹੀਂ ਪਤਾ, ਜਿਹੜੇ ਮੇਰੇ ਮਿੱਤਰ ਨੇ ਤਾਂ ਮੇਰਾ ਜਿਹੜਾ ਸੁਭਾਅ ਹੈ, ਮੈਨੂੰ ਲੱਗਦਾ ਮੈਂ ਤਰਕ ਸੰਗਤ ਰਿਹਾ ਸ਼ੁਰੂ ਤੋਂ। ਮੈਂ ਆਪਣੇ ਫਾਦਰ ਤੋਂ ਵੀ ਸਵਾਲ ਪੁੱਛ ਲੈਂਦਾ ਰਿਹਾ ਛੋਟੇ ਹੋਣ ਤੋਂ ਲੈ ਕੇ ਹੁਣ ਤੱਕ, ਕਿ ਆਹ ਗੱਲ ਕਿਉਂ ਹੋਈ ਹੈ, ਕਿਵੇਂ ਹੋਈ ਹੈ। ਮਤਲਬ ਦੂਜਾ ਸਾਇੰਸ ਦਾ ਸਟੂਡੈਂਟ ਰਿਹਾ, ਰਿਸਰਚਰ ਰਿਹਾ, ਤੇ ਉਹ ਤਰਕ ਕਰਨਾ ਸਿਖਾਇਆ ਜਾਂਦਾ। ਜਦੋਂ ਨਾਸਤਿਕ ਹੋਏ ਉਦੋਂ ਵੀ ਤਰਕ ਸੀਗਾ ਕਿ ਸਾਰੇ ਧਰਮ ਹੁਣ ਜੀ ਕਰਪਟੇ ਹੋਏ ਨੇ, ਕੋਈ ਸਭ 'ਚ ਪ੍ਰੋਬਲਮ ਹੈ, ਕੋਈ ਕਿਸੇ 'ਚ ਨਹੀਂ ਜਾ ਸਕਦੇ। ਫਿਰ ਹੌਲੀ ਹੌਲੀ ਪੜ੍ਹਨਾ ਸ਼ੁਰੂ ਕੀਤਾ, ਐਸੇ ਲੋਕਾਂ ਦੇ ਨਾਲ ਮਿਲਣਾ ਸ਼ੁਰੂ ਕੀਤਾ ਜਿਹੜੇ ਲੋਕ ਸੱਚੀਓ ਪੁਰਾਣੀ ਪ੍ਰੈਕਟਿਸਿਸ ਕਰਦੇ ਨੇ, ਜਿਹੜੇ ਅੱਜ ਵੀ ਮੰਨਦੇ ਨੇ ਕਿ ਮੂਰਤੀ ਪੂਜਾ ਜਿਹੜੀ ਉਹ ਗਲਤ ਹੈ, ਜਿਹੜੀਆਂ ਫੋਟੋਆਂ ਲੱਗਦੀਆਂ ਨੇ ਉਹ ਗਲਤ ਹੈ, ਜਿਹੜਾ ਬਾਕੀ ਚੀਜ਼ਾਂ ਨੇ। ਉਹ ਫੋਟੋਆਂ ਦੀ ਗੱਲ ਕਰੀਏ ਤਾਂ ਹੁਣ ਜਿਹਨੂੰ ਬਾਬਾ ਨਾਨਕ ਇਹ ਕਹਿ ਗਿਆ ਸੀ ਕਿ ਜਿਹੜਾ ਬਾਬਾ ਨਾਨਕ ਕਹਿੰਦਾ ਸੀ ਫੋਟੋਆਂ ਨਹੀਂ ਹੋਣੀਆਂ ਚਾਹੀਦੀਆਂ, ਜਿਹੜੇ ਬਾਬੇ ਨੇ ਉਸ ਵੇਲੇ ਜਦੋਂ ਬੋਲਣਾ ਹੀ ਗੁਨਾਹ ਹੁੰਦਾ ਸੀ, ਉਦੋਂ ਸਾਰੇ ਕਰਮ ਕਾਂਡਾਂ ਦੀ ਨਿਖੇਧੀ ਕੀਤੀ, ਉਹ ਬਾਬਾ ਨਾਨਕ ਦੀ ਹੀ ਲੋਕਾਂ ਨੇ ਘਰੇ ਫੋਟੋ ਲਾ ਲਈ। ਤੇ ਸਵਾਲ ਇਹ ਵੀ ਹੈ ਵੀ ਉਹ ਫੋਟੋ ਦੇ ਵਿੱਚ ਹੈ ਕੌਣ ਜਿਹਨੂੰ ਅਸੀਂ ਬਾਬਾ ਨਾਨਕ ਕਹਿੰਦੇ, ਉਹ ਕਿਸ ਦੀ ਤਸਵੀਰ ਹੈ? ਬਿਲਕੁਲ, ਕੀ ਉਹ ਸਹੀ ਤਸਵੀਰ ਹੈ? ਬਾਬੇ ਨਾਨਕ ਜੀ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਤੇ ਜਾਂ ਬਾਬੇ ਨਾਨਕ ਜੀ ਬਾਰੇ ਬੀਬੀ ਨਾਨਕੀ ਵੱਲੋਂ ਲਿਖਿਆ ਹੋਇਆ ਕਈ ਕੁਛ, ਮਤਲਬ ਕਈ ਕਹਾਣੀਆਂ ਨੇ, ਕਈ ਕਵਿਤਾਵਾਂ ਨੇ, ਕਈ ਕੁਛ ਬੜਾ ਕੁਛ ਮਿਲਦਾ। ਤੇ ਜਦੋਂ ਦੇਖੀਦਾ ਸੁਣੀਦਾ ਤੇ ਉਹਦੇ ਵਿੱਚ ਗੁਰੂ ਨਾਨਕ ਦੇਵ ਦੀ ਛਵੀ ਹੈ ਨਾ, ਉਹ ਕਿਸਾਨ ਵਾਲੀ ਹੈ, ਇੱਕ ਗਰੀਬ ਕਿਸਾਨ ਜਿਹੜਾ ਖੇਤੀ ਕਰਦਾ ਹੈ, ਦਸਵੰਧ ਕੱਢਦਾ ਹੈ, ਤੇ ਬਾਕੀ ਟਾਈਮ ਜੋ ਟਰੈਕਿੰਗ ਕਰਦਾ ਹੈ, ਯਾਤਰਾ ਕਰਦਾ, ਤੇ ਇੱਕ ਬਹੁਤ ਹੀ ਲੌਜੀਕਲ ਬੰਦਾ ਜਿਹਨੂੰ ਗੱਲ ਕਰਨੀ ਆਉਂਦੀ ਹੈ, ਜਿਹਦੇ ਕੋਲ ਵਿਹਲਾ ਟਾਈਮ ਹੀ ਹੈ ਨਹੀਂ ਜੀ, ਤੇ ਉਹ ਬੰਦਾ ਕਿਵੇਂ ਸਾਫ਼ ਚਿੱਟੇ ਕੱਪੜੇ ਪਾ ਕੇ ਰਹਿ ਸਕਦਾ, ਉਹਦੇ ਚਿਹਰੇ ਤੇ ਨੂਰ ਨਹੀਂ ਹੋ ਸਕਦਾ, ਲਾਲੀ ਆਇਆ ਨਹੀਂ, ਚਿੱਟੀ ਦਾੜੀ ਸਿੱਧੀ ਹੋਈ, ਮੈਂ ਨਹੀਂ ਮੰਨਦਾ ਗੁਰੂ ਨਾਨਕ ਦੇਵ ਵਿੱਚ ਦਿਖਦੇ ਹੋਣਗੇ ਜੀ। ਉਹ ਮੈਨੂੰ ਕੌਣ ਹੈ ਭਾਈ ਵਿਚਲਾ, ਕੌਣ ਹੈ ਫੋਟੋ ਵਾਲਾ? ਇਹ ਭਾਈ ਮੈਂ ਕਿਸੇ ਦੀ ਇਮੇਜਿਨੇਸ਼ਨ? ਬਿਲਕੁਲ ਜੀ। ਇਹ ਮੈਨੂੰ ਨਾ ਇਹ ਸਵਾਲ ਮੇਰੇ ਦਿਮਾਗ 'ਚ ਬਹੁਤ ਟਾਈਮ ਤੋਂ ਸੀਗਾ। ਫਿਰ ਮੇਰੇ ਇੱਕ ਮਿੱਤਰ ਨੇ ਯਾਦਵਿੰਦਰ ਸਿੰਘ, ਉਹ ਵੈਨਕੂਵਰ ਰਹਿੰਦਾ, ਤੇ ਉਹ ਮੈਨੂੰ ਲੈ ਕੇ, ਨਾਲੇ ਗੁਰਪ੍ਰੀਤ ਸਿੰਘ ਮੁੰਡਾ ਸਾਡੇ ਵੀ ਗੁਰਸਿੱਖ ਮੁੰਡੇ ਦੋਨੇ, ਇਹ ਲੈ ਕੇ ਮੈਨੂੰ ਸੋਭਾ ਸਿੰਘ ਇੱਕ ਪੱਤਰਕਾਰ ਹੋਏ ਨੇ, ਉਹ ਸੌਰੀ ਚਿੱਤਰਕਾਰ ਹੋਏ ਨੇ ਬਹੁਤ ਮਸ਼ਹੂਰ ਜੀ, ਤੇ ਇਹਨਾਂ ਦਾ ਪਾਲਮਪੁਰ ਦੇ ਕੋਲੇ ਇਹਨਾਂ ਦਾ ਘਰ ਹੈ ਪੁਰਾਣਾ। ਅਸੀਂ ਉੱਥੇ ਗਏ, ਉੱਥੇ ਸੋਭਾ ਸਿੰਘ ਆਪ ਤੇ ਉਹਦੇ ਦਾਦਾ ਜੀ, ਉਹਨਾਂ ਦੀਆਂ ਫੋਟੋਆਂ ਦੇਖੀਆਂ ਬਣਾਏ ਹੋਏ, ਕੱਦ ਕਾਠ ਲੰਬਾ ਸੀ, ਲੰਬਾ ਨੱਕ, ਲੰਬੀ ਧੌਣ। ਉਹ ਫੋਟੋਆਂ ਜਦੋਂ ਅਸੀਂ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਦੀਆਂ ਫੋਟੋਆਂ ਇਹਨਾਂ ਮਿਲਾਈਆਂ, ਉਹ ਬਸ ਕਹਿ ਲਓ ਕੱਪੜੇ ਬਦਲੇ ਹੋਏ ਸੀ,
ਯਾਨੀ ਕਿ ਇਨਸਪੀਰੇਸ਼ਨ ਵੀ ਨਹੀਂ ਕਹਿ ਸਕਦੇ, ਹੂ ਬਹੂ ਸੀ। ਹਾਂ, ਇਨਸਪੀਰੇਸ਼ਨ ਦਾ ਇੱਕ ਅਲੱਗ ਫੈਕਟਰ ਹੋ ਗਿਆ, ਹੂ ਬਹੂ ਸੇਮ ਨੱਕ, ਸੇਮ ਅੱਖਾਂ, ਸੇਮ ਗਰਦਨ, ਉਹੋ ਜੇ ਬਸ ਬਾਣੇ ਬਦਲੇ ਹੋਏ ਸੀਗੇ ਜੀ। ਤੇ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਹੋਗੀ, ਚਾਹੇ ਗੁਰੂ ਨਾਨਕ ਦੇਵ ਦੀ ਫੋਟੋ ਹੋਗੀ, ਹੋਰ ਵਿੱਚ ਕਈਆਂ ਦੀ ਵੀ ਹੋਗੀ, ਉਹ ਥੋੜਾ ਬਹੁਤ ਫਰਕ ਸੀਗਾ। ਬਟ 90% ਕਹਿ ਲਓ ਕਿ ਮੈਨੂੰ ਲੱਗਿਆ ਕਿ ਉਹਨਾਂ ਨੇ ਆਪਣੇ ਦਾਦਾ ਜੀ ਦੀ ਫੋਟੋ ਨੂੰ ਗੁਰੂ ਗੋਬਿੰਦ ਸਿੰਘ ਦੀ ਫੋਟੋ ਦੱਸਤਾ। ਯਾਨੀ ਕਿ ਸੋਭਾ ਸਿੰਘ ਦੇ ਦਾਦਾ ਜੀ ਨੂੰ ਮੱਥੇ ਟੇਕ ਰਹੇ ਹੋ ਤੁਸੀਂ ਰੋਜ਼ ਸਵੇਰੇ? ਬਿਲਕੁਲ ਇਹ ਗੱਲ ਏਦਾਂ ਹੀ ਸਮਝ ਹੈ ਨਾ। ਮੈਂ ਹੁਣ ਜਿਸੇ ਘਰ ਵੀ ਜਾਣਾ, ਬੜੇ ਲੋਕ ਪਾਠ ਕਰਦੇ ਨੇ, ਖੱਤਰੀ ਸਿੰਘ ਨੇ, ਕਈ ਕੁਛ ਹੈ, ਉਹਨਾਂ ਸਭ ਦੇ ਘਰ ਫੋਟੋ ਲੱਗੀ ਹੋਈ ਹੈ ਤੇ ਉਹ ਪਾਠ, ਧਿਆਨ ਤਾਂ ਪਾਠ ਚ ਹੈ ਪਰ ਫੋਟੋ ਲੱਗੀ ਹੈ ਤੇ ਲੋਕ ਭੁੱਲ ਗਏ, ਉਸੇ ਪਾਸੇ ਨੂੰ ਆ ਗਏ। ਗੁਰੂ ਨਾਨਕ ਦੇਵ ਨੇ ਲਿਖਿਆ ਬਹੁਤ ਕਲੀਅਰਲੀ ਕਿ ਜਿਹੜੇ ਹਿੰਦੂ ਧਰਮ ਦੇ ਲੋਕ ਨੇ ਉਹ ਗਲਤ ਪੂਜਾ ਕਰ ਰਹੇ ਜੀ। ਉਹ ਨਾਰਦ ਮੁਨੀ ਨੇ ਕਹਿਤਾ ਕਿ ਤੁਸੀਂ ਆਈਡਲਸ਼ਿਪ ਕਰਨੀ ਹੈ, ਉਧਰ ਨੂੰ ਹੋਏ ਨੇ। ਤੇ ਉਹਨਾਂ ਨੇ ਇਹ ਵੀ ਲਿਖਿਆ ਕਿ ਜੇ ਤੁਸੀਂ ਬੁੱਤ ਪ੍ਰਸਤੀ ਕਰਦੇ ਹੋ ਤੇ ਉਹ ਵੀ ਗਲਤ ਹੈ ਜੀ, ਉਹ ਤੁਸੀਂ ਸਿਰਫ ਤੇ ਸਿਰਫ ਸਮਾਧ ਵਿੱਚ ਬੈਠਣ ਦਾ ਪਖੰਡ ਕਰ ਰਹੇ ਹੋ। ਤੇ ਉਹ ਬਹੁਤ ਕਲੀਅਰਲੀ ਲਿਖ ਕੇ ਗਏ ਨੇ ਉਹ ਆਪਣੀ ਬਾਣੀ ਚ। ਨਾਲੇ ਕਵਿਤਾਵਾਂ ਵੀ ਨੇ, ਬਹੁਤ ਅੱਛੇ ਆਰਟਿਸਟ ਵੀ ਸੀ ਉਹ, ਜੇ ਆਪਾਂ ਮਾਡਰਨ ਲੈਂਗੁਏਜ ਚ ਕਹੀਏ ਤਾਂ। ਗਗਨ ਮੈਥਾਲ ਦੀ ਜੇਕਰ ਗੱਲ ਕਰੀਏ ਕਵਿਤਾ ਦੀ, ਆਮ ਤੌਰ ਤੇ ਸਕੂਲਾਂ ਦੇ ਵਿੱਚ ਵੀ ਸਿਲੇਬਸ ਚ ਵੀ ਪੜ੍ਹਾਈ ਜਾਂਦੀ ਹੈ, ਉਹਦੇ ਵਿੱਚ ਬ੍ਰਹਮੰਡ ਨੂੰ ਕਿੰਨੀ ਬਰੀਕੀ ਨਾਲ ਤੇ ਕਿੰਨੀ ਖੂਬਸੂਰਤੀ ਨਾਲ ਇੱਕ ਕਵਿਤਾ ਦੇ ਵਿੱਚ ਦਰਸਾਇਆ ਗਿਆ। ਤੇ ਉਹ ਸ਼ਖਸ ਜਿਹੜਾ ਬ੍ਰਹਮੰਡ ਦੀ ਗੱਲ ਕਰਦਾ, ਉਹ ਇੱਕ ਫੋਟੋ ਨੂੰ ਜਾਂ ਇੱਕ ਫੋਟੋ ਦੇ ਵਿੱਚ ਦੁਨੀਆ ਨਹੀਂ ਸਮਾ ਸਕਦੀ। ਨਹੀਂ, ਗੁਰੂ ਨਾਨਕ ਦੇਵ ਜੇ ਅੱਜ ਹੋਣ ਨਾ, ਤੇ ਮੈਨੂੰ ਲੱਗਦਾ ਕਿ ਉਹ ਕੋਈ ਨਵਾਂ ਧਰਮ ਚਲਾ ਦੇਣ, ਸਿੱਖੀ ਨੂੰ ਵੀ ਦੇਖ ਇਹਦੇ ਉਲਟ ਚਲਾਉਣ, ਜੋ ਚੱਲ ਰਿਹਾ। ਹਾਂ, ਜੋ ਚੱਲ ਰਿਹਾ ਸਿੱਖੀ ਦੇ ਵੀ ਉਲਟ ਚਲਾਉਣਗੇ ਕਿ ਨਹੀਂ, ਮੈਂ ਇਹ ਨਹੀਂ ਸੀ ਸਿਖਾਇਆ। ਤੇ ਉਹ ਉਹਨਾਂ ਨੂੰ ਮੈਨੂੰ ਲੱਗਦਾ ਦੁੱਖ ਹੁੰਦਾ ਹੋਊ ਕਿਤੇ ਨਾ ਕਿਤੇ, ਜਿੱਥੇ ਵੀ ਕਿਤੇ ਬੈਠੇ ਦੇਖਦੇ ਹੋਣਗੇ ਕਿ ਮੇਰੇ ਸਿੱਖ ਕਿੱਥੋਂ ਤੱਕ ਪਹੁੰਚ ਗਏ ਨੇ। ਇਹਨਾਂ ਨੇ ਜਾਤ ਪਾਤ ਬਣਾ ਲਿਆ, ਮੂਰਤੀ ਪੂਜਾ ਲੈ ਆਏ ਨੇ, ਕਈ ਕੁਝ ਹੋਰ ਹੈ। ਤੇ ਹੁਣ ਇੰਨੀਆਂ ਜ਼ਿਆਦਾ ਕਹਿ ਲਓ ਕਿ ਸਿੱਖੀ ਸਿੰਪਲੈਸਟ ਇੱਕ ਉਹ ਸੀਗਾ, ਰਿਲੀਜਨ ਸੀਗਾ, ਸਾਦਗੀ ਨਾਲ ਭਰਿਆ ਨਵਾਂ ਨਵੇਕਲਾ ਧਰਮ। ਉਹ ਇੱਕ ਧਰਮ ਨਾਲ ਦੇਖੋ, ਇੱਕ ਮੈਂ ਤੁਹਾਨੂੰ ਦੱਸਦਾ, ਇਹ ਮੈਕੈਨਿਜ਼ਮ ਧਰਮ ਦਾ ਹੈ ਜੀ। ਧਰਮ ਜਿਵੇਂ ਜਿਵੇਂ ਪੁਰਾਣਾ ਹੁੰਦਾ ਜਾਂਦਾ ਨਾ, ਜਿਵੇਂ ਕੁਰੀਤੀਆਂ ਐਡ ਹੁੰਦੀਆਂ ਜਾਂਦੀਆਂ ਤੇ ਉਹਨਾਂ ਨੂੰ ਕੱਢਦਾ ਕੋਈ ਨਹੀਂ, ਕਿਉਂਕਿ ਫਿਰ ਧਰਮ ਜਿਹੜਾ ਕਮਾਈ ਦਾ ਸਾਧਨ ਬਣਦਾ ਜਾਂਦਾ। ਸਮੇਂ ਸਿਰ ਕੋਈ ਕੱਢਣ ਵਾਲਾ ਵੀ ਚਾਹੀਦਾ। ਪਰ ਜਦੋਂ ਕੱਢਣ ਵਾਲੇ ਜਿੰਨੀ ਵਾਰੀ ਵੀ ਆਏ ਨੇ, ਮਹਾਂਪੁਰਸ਼ ਕੋਈ ਵੀ ਆਏ ਨੇ, ਉਹਨਾਂ ਨੇ ਸੋਚਿਆ ਕਿ ਕੱਢਣ ਦੇ ਬਜਾਏ ਮੈਂ ਨਵਾਂ ਹੀ ਕਰ ਦੇਣਾ ਕੁਛ। ਇਹ ਪੁਰਾਣੇ ਚ ਤਾਂ ਜਿਹੜੀਆਂ ਸੋਧਾਂ ਕਰਨਾ ਟਫ ਕੰਮ ਹੈ, ਗੁਰੂ ਨਾਨਕ ਦੇਵ ਜੀ ਨੇ ਉਹੀ ਕੰਮ ਕੀਤਾ ਜੀ। ਉਹਨਾਂ ਨੇ ਸੋਧ ਨਹੀਂ ਕੀਤੀ, ਉਹਨਾਂ ਨੇ ਟਰਾਈ ਤਾਂ ਕੀਤੀ, ਜੋ ਲੋਕਾਂ ਨੂੰ ਸਮਝਾਇਆ, ਚਾਹੇ ਹਰਿਦੁਆਰ ਦਾ ਕਿੱਸਾ ਹੋਵੇ ਕਿ ਸੂਰਜ ਨੂੰ ਪਾਣੀ ਦੇਣਾ, ਉਹ ਤਾਂ ਹੈ, ਚਲੋ ਇਹ ਇੱਕ ਲੌਜੀਕਲ ਗੱਲ ਹੈ ਜਿਹਦੇ ਚ ਸਾਇੰਸ ਇਨਵੋਲਵਡ ਵਾ ਕਿ ਮੇਰੇ ਖੇਤਾਂ ਨੂੰ ਪਾਣੀ ਜਾ ਰਿਹਾ, ਪੁੱਠੇ ਪਾਸੇ ਨੂੰ ਮੂੰਹ ਕਰਕੇ ਪਾਣੀ ਦੇਣ ਲੱਗੇ ਪੰਜਾਬ ਵੱਲ ਨੂੰ ਹਰਿਦੁਆਰ ਤੋਂ, ਤੇ ਲੋਕਾਂ ਨੂੰ ਲੱਗਿਆ ਕਿ ਕੀ ਗੱਲ ਹੈ, ਸਭ ਨੂੰ ਪਤਾ ਗੱਲ ਦਾ। ਅਸੀਂ ਕਹਾਣੀਆਂ ਬਣਾ ਲਈਆਂ ਕਿ ਰੋਟੀ ਚ ਦੁੱਧ ਨਿਕਲ ਰਿਹਾ, ਇੱਕ ਰੋਟੀ ਚੋਂ ਖੂਨ ਨਿਕਲ ਰਿਹਾ, ਕਰਾਮਾਤਾਂ ਦੇ ਬਿਲਕੁਲ ਅਗੇਂਸਟ ਸੀ। ਜੇ ਕਿਤੇ ਲਿਖਿਆ ਵੀ ਹੋਣ ਤਾਂ ਉਹਨਾਂ ਦੇ ਮਾਇਨੇ ਸਮਝਾਉਣਾ ਕਿ ਉਹ ਖੂਨ ਕਿਉਂ ਨਿਕਲ ਰਿਹਾ। ਉਹ ਕਹਿਣਾ ਚਾਹੁੰਦੇ ਸੀ ਕਿ ਇੱਕ ਹਰਾਮ ਦੀ ਕਮਾਈ ਹੈ, ਬਿਲਕੁਲ ਇੱਕ ਹੱਕ ਦੀ ਕਮਾਈ ਹੈ, ਬਿਲਕੁਲ। ਪਰ ਉਹਨੂੰ ਆਪਾਂ ਲਿਟਰਲੀ ਸਮਝ ਲੈਣਾ ਵੀ ਇਹਦੇ ਵਿੱਚੋਂ ਆਏ ਤਾਂ ਕੁਝ ਹੋ ਗਿਆ, ਜਾਦੂ ਹੋ ਗਿਆ, ਕੋਈ ਕਰਾਮਾਤਾਂ ਹੋ ਗਈਆਂ। ਹੁਣ ਜਿਵੇਂ ਮੈਂ ਪੱਥਰ ਸਾਹਿਬ ਗੁਰਦੁਆਰਾ ਦੇਖਿਆ, ਉਹ ਪੱਥਰ ਲੱਗਦਾ ਹੈ ਕਿ ਕਿੱਧਰੋਂ ਆਇਆ। ਮੈਨੂੰ ਲੱਗਦਾ ਜੀ ਗੁਰੂ ਸਾਹਿਬ ਜਦੋਂ ਭਾਈ ਮਰਦਾਨੇ ਨਾਲ ਉੱਥੇ ਗਏ ਹੋਣਗੇ, ਉਹਨਾਂ ਨੇ ਦੇਖਿਆ ਹੋਣਾ ਕਿ ਭਾਈ ਮਰਦਾਨੇ ਆ ਪੱਥਰ ਡਿੱਗੂਗਾ। ਜਿਹੜਾ ਬੰਦਾ ਬ੍ਰਹਿਮੰਡ ਦੀ ਗੱਲ ਕਰਦਾ, ਤਕੜਾ ਖੋਜੀ ਹੈ, ਦਿਸ਼ਾਵਾਂ ਬਾਰੇ ਨੌਲੇਜ ਹੈ, ਜਿਹੜੇ ਬੰਦੇ ਨੂੰ ਜਿਹੜਾ ਪੜ੍ਹਦਾ ਜਾਣਦਾ, ਉਹ ਬੰਦਾ ਕਿਵੇਂ ਕਰਾਮਾਤ ਕਰੂਗਾ ਕਿ ਮੈਂ ਪੱਥਰ ਰੋਕੂੰਗਾ। ਉਹਨਾਂ ਨੇ ਪੱਕਾ ਕੋਈ ਨਾ ਕੋਈ ਐਸਾ ਸਿਸਟਮ ਸੋਚਿਆ ਹੋਣਾ ਕਿ ਯਾਰ ਜੇ ਪੱਥਰ ਗਿਰੂਗਾ ਰਾਤ ਨੂੰ ਸਾਡੇ ਉੱਤੇ ਨਾ ਆਵੇ, ਕੋਈ ਨਾ ਕੋਈ ਐਸੀ ਚੀਜ਼ ਹੋਊਗੀ ਰਸਤੇ 'ਚ ਜਿਹੜੀ ਪੱਥਰ ਰੋਕ ਲੂਗੀ, ਸਾਡੇ ਉੱਤੇ ਨਹੀਂ ਆਊਗਾ। ਕੋਈ ਨਾ ਕੋਈ ਉਹਨਾਂ ਨੇ ਉੱਥੇ ਆਪਦੀ ਨੌਲੇਜ ਲਾਈ ਹੋਣੀ ਹੈ। ਤੇ ਉੱਥੇ ਅਸੀਂ ਗੁਰਦੁਆਰਾ ਚਲੋ ਮੰਨ ਲੈਂਦੇ ਹਾਂ ਕਿ ਘਟਨਾ ਹੋਈ ਹੈ, ਪਰ ਉਹ ਹੱਥ ਨਾ ਰੋਕੀ ਹੈ ਤੇ ਉਹ ਐਂ ਕੀਤਾ। ਮੈਨੂੰ ਇਹਦੇ 'ਚ ਨਾ, ਮੈਂ ਨਹੀਂ ਮੰਨਦਾ ਕਿ ਗੁਰੂ ਸਾਹਿਬ ਜੇ ਉਹਨਾਂ ਨੇ ਕੀਤਾ ਵੀ ਹੋਵੇ ਤਾਂ ਚਾਹਣਗੇ ਕਿ ਮੇਰੇ ਜਿਹੜੇ ਅਨੁਯਾਈ ਇਹਨੂੰ ਫਾਲੋ ਕਰਨ, ਇਹ ਚੀਜ਼ ਨੂੰ ਰੱਖਣ, ਕਿਉਂਕਿ ਕਰਾਮਾਤਾਂ ਦੇ ਤਾਂ ਸ਼ੁਰੂ ਤੋਂ ਅਗੇਂਸਟ ਰਹੇ ਨੇ। ਜੀ ਬਿਲਕੁਲ। ਤਾਂ ਇਹ ਸਾਰੀਆਂ ਗੱਲਾਂ ਦੇ ਬਾਵਜੂਦ ਬਈ ਜਿਹੜੇ ਦੇਖ ਰਹੇ ਨੇ, ਉੱਥੇ ਇਹ ਵੀ ਕਹਿਣਾ ਬਣਦਾ ਕਿ ਇਹ ਨਾ ਸੋਚਿਓ ਕਿ ਇਹ ਵੀ ਗਿਆਨੀ ਲੋਕ ਬਹੁਤ ਨੇ ਜਿਹੜੇ ਦੇਖ ਰਹੇ ਨੇ, ਕਈ ਗਾਲਾਂ ਤੇ PhD ਕਰਕੇ ਬੈਠੇ ਨੇ। ਤਾਂ ਇਹਨਾਂ ਸਾਰੀਆਂ ਗੱਲਾਂ ਦਾ ਮਤਲਬ ਸਿਰਫ ਇਹ ਹੈ ਕਿ ਇਹ ਗੱਲਾਂ ਹੋਣੀਆਂ ਜ਼ਰੂਰੀ ਨੇ, ਤੇ ਨਾ ਹੀ ਅਸੀਂ ਕੋਈ ਸਿੱਖੀ ਦੀ ਨਿਖੇਧੀ ਕਰ ਰਹੇ ਆ, ਕਿਉਂਕਿ ਬਾਈ ਨੇ ਸਿੱਖੀ ਚੁਣੀ ਆ। ਜਿੱਥੋਂ ਇੰਟਰਵਿਊ ਸ਼ੁਰੂ ਹੋਈ ਸੀ ਗੱਲ ਉੱਥੇ ਹੀ ਖਤਮ ਕਰਾਂਗੇ ਕਿ ਸਿੱਖੀ ਚੁਣੀ ਆ ਇਸੇ ਕਰਕੇ ਕਿਉਂਕਿ ਸਿੱਖੀ ਹੱਲੇ ਵੀ ਬਾਕੀ ਧਰਮਾਂ ਨਾਲੋਂ ਕਿਤੇ ਬਿਹਤਰ ਹੈ, ਪਰ ਇਸ ਨੂੰ ਅਸੀਂ ਹੋਰ ਵੀ ਬਿਹਤਰ ਕਰ ਸਕਦੇ ਹਾਂ। ਜਿਹੜੀਆਂ ਕੁਰੀਤੀਆਂ ਜੁੜੀਆਂ ਨੇ ਉਹਨਾਂ ਨੂੰ ਹਟਾਉਣਾ ਚਾਹੀਦਾ।